अलर्ट टीवी देखने वाले दर्शकों का स्वागत है। प्रोग्राम ओपन हाउस विद टीम अरोड़ा दे नाल मैं तरनजीत कौर घुम्मण हाज़र लैके अपना प्रोग्राम जिहदे विच असीं गलबात करांगे कैनेडा दी रीयल एस्टेट दे बारे विच। रीयल एस्टेट दी जदों असीं गल करदे हां ते इस वक्त साडी नज़र टिकियां होईयां सी कि इस रेट को लैके की होर झटका लगेगा या नहीं लगेगा। सो अज इहदे बारे तुहानूं असीं जानकारी देवांगे। इंटरस्ट रेट नूं लैके जो नवीं खबर सामने आई है ਉਹ ਤਾਂ ਸਾਂਝੀ ਕਰਾਂਗੇ। ਇਸ ਵਕਤ ਮਾਰਕੀਟ ਦੀਆਂ ਕੰਡੀਸ਼ਨਸ ਦੇ ਬਾਰੇ ਵਿੱਚ ਵੀ ਗੱਲਬਾਤ ਕਰਾਂਗੇ। ਇੱਕ ਪਾਸੇ ਕਿਹਾ ਜਾ ਰਿਹਾ ਕਿ ਘਰਾਂ ਦੀ ਸੇਲ ਕਾਫੀ ਜ਼ਿਆਦਾ ਹੋ ਰਹੀ ਹੈ ਤਾਂ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਇਨਵੈਂਟਰੀ ਨਹੀਂ ਹੈਗੀ। ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਜੇ ਇਨਵੈਸਟਮੈਂਟ ਨੂੰ ਲੈ ਕੇ ਖਾਸ ਤੌਰ ਤੇ ਜੇ ਕੋਈ ਪ੍ਰਾਪਰਟੀ ਬਾਈ ਕਰਨਾ ਚਾਹੁੰਦਾ ਤਾਂ ਉਹਦਾ ਅੱਗੇ ਕੀ ਆਪਸ਼ਨ ਹੋਏਗਾ, ਕਿਉਂਕਿ ਇਸ ਵਕਤ ਮਾਰਗੇਜ ਲਈ ਕੁਆਲੀਫਾਈ ਕਰਨਾ ਹੀ ਬਹੁਤ ਔਖਾ ਹੋਇਆ ਪਿਆ। ਸੋ ਕਾਫੀ ਜ਼ਿਆਦਾ ਇਹ ਜਿਹੇ ਸਵਾਲ ਹੁੰਦੇ ਆ ਜਿਹੜੇ ਕਿ ਤੁਸੀਂ ਬਹਿ ਕੇ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਡਿਸਕਸ ਕਰਦੇ ਹੋ। ਉਹਨਾਂ ਨਾਲ ਡਿਸਕਸ ਕਰਨ ਦੀ ਬਜਾਏ ਹਮੇਸ਼ਾ ਕਹਿੰਦੇ ਆ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰਿਆ ਕਰੋ। ਰੀਅਲ ਸਟੇਟ ਨੂੰ ਲੈ ਕੇ ਤੁਹਾਡਾ ਕੋਈ ਵੀ ਸਵਾਲ ਹੁੰਦਾ, ਕੈਨੇਡਾ ਦੇ ਕਿਸੇ ਵੀ ਕੋਨੇ ਵਿੱਚੋਂ ਰੀਅਲ ਸਟੇਟ ਸੰਬੰਧੀ ਕੋਈ ਵੀ ਸਵਾਲ ਹੈ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਰੀਅਲ ਸਟੇਟ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਟੀਮ ਅਰੋੜਾ ਤੋਂ ਪ੍ਰਵੀਨ ਅਰੋੜਾ ਜੀ ਤੇ ਰੁਚੀ ਬੇਦੀ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੋਵਾਂ ਦਾ। ਤਰਨ ਜੀ ਮੇਰੇ ਵੱਲੋਂ ਹਮਦਰਦ ਦੇਖਣ ਵਾਲੇ ਸਾਰੇ ਦਰਸ਼ਕਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। मेरे वालों भी सब नू प्यार भरी सत श्री अकाल एंड हेलो की हाल चाल सब बहुत बहुत आगे ਤੁਹਾਡੇ ਕੋਲ ਵਾਪਸ ਸ਼ੋਅ 'ਚ ਵੀ ਵਾਪਸ ਆ ਗਏ ਤੇ ਸਭ ਤੋਂ ਪਹਿਲਾਂ ਬੈਂਕ ਆਫ ਕੈਨੇਡਾ ਵੱਲੋਂ ਜੋ ਗੱਲ ਆਪਾਂ ਕਰ ਰਹੇ ਸੀਗੇ ਇੰਟਰਸਟ ਰੇਟ ਨੂੰ ਲੈ ਕੇ, ਸੋ ਕਿਆਸਦਾਰੀਆਂ ਦਾ ਦੌਰ ਜਾਰੀ ਸੀ। ਕਦੇ ਕਿਹਾ ਜਾ ਰਿਹਾ ਸੀ ਵਧੇਗੀ, ਕਦੇ ਕਿਹਾ ਜਾ ਰਿਹਾ ਸੀ ਨਹੀਂ ਵਧੇਗੀ। ਸੋ ਫਾਈਨਲੀ ਕੀ ਡਿਸੀਜਨ ਹੋਇਆ? ਫਾਈਨਲੀ ਡਿਸੀਜਨ ਇਹੀ ਹੋਇਆ ਕਿ ਉਹਨਾਂ ਨੇ ਇੰਟਰਸਟ ਰੇਟ ਤਰਨ ਜੀ ਨਹੀਂ ਚੇਂਜ ਕੀਤਾਗਾ, ਜਿਹਦਾ ਕਿ ਮਾਰਕੀਟ ਦੇ ਵਿੱਚ ਡੈਫੀਨੇਟਲੀ ਇੱਕ ਪੋਜ਼ਿਟਿਵ ਇੰਪੈਕਟ ਪਹਿਲਾਂ ਵੀ ਆਂਦਾ ਵਾ ਜਦੋਂ ਵੀ ਮਤਲਬ ਕੋਈ ਇਦਾਂ ਦੀ ਨਿਊਜ਼ ਆਂਦੀ ਹੈ, ਔਰ ਐਤਕੀ ਵੀ ਉਹਦਾ ਮਾਰਕੀਟ ਦੇ ਵਿੱਚ ਇੱਕ ਪੋਜ਼ਿਟਿਵ ਇੰਪੈਕਟ ਹੈ ਜਿਹੜਾ ਉਹ ਆਪਾਂ ਨੂੰ ਹਜੇ ਤੱਕ, ਕਿਉਂਕਿ ਰੀਸੈਂਟਲੀ ਗੱਲ ਹੋਈ ਹੈ ਇਹ ਕੱਲ ਹੀ, ਸੋ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗ ਰਿਹਾ ਕਿ ਇਹਦਾ ਹੋਰ ਵੀ ਪੋਜ਼ਿਟਿਵ ਇੰਪੈਕਟ ਮਾਰਕੀਟ 'ਚ ਦੇਖਿਆ ਜਾਏਗਾ। ਆਮ ਤੌਰ ਤੇ ਰੁਚੀ ਜੀ ਇਹ ਸੋਚਿਆ ਜਾ ਰਿਹਾ ਸੀਗਾ ਕਿ ਇੰਟਰਸਟ ਰੇਟ ਜੇ ਥੋੜਾ ਜਿਹਾ ਵੀ ਵੱਧਦਾ ਤਾਂ ਮਾਮੂਲੀ ਜਿਹਾ ਹੀ ਵਧੇਗਾ। ਸੋ ਜੇ ਇੰਟਰਸਟ ਰੇਟ ਪੌਜ਼ ਹੋ ਰਿਹਾ ਤਾਂ ਲੋਕਾਂ ਦੇ ਵਿੱਚ ਪੋਜ਼ਿਟਿਵਿਟੀ ਜ਼ਿਆਦਾ ਆਈ ਹੈ, ਜਾਂ ਫਿਰ ਤੁਹਾਨੂੰ ਲੱਗਦਾ ਕਿ ਇਸ ਵਕਤ ਇੰਨਾ ਜ਼ਿਆਦਾ ਇੰਟਰਸਟ ਰੇਟ ਵੱਧ ਚੁੱਕਿਆ ਕਿ ਹੁਣ ਇਸ ਵਕਤ ਲੱਕ ਤੋੜ ਚੁੱਕਿਆ ਹੈ ਇੰਟਰਸਟ ਰੇਟ? ਹਾਂਜੀ ਤਰਨਜੀਤ, ਜਿੱਦਾਂ ਲਾਸਟ ਈਅਰ ਤੋਂ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਵਧਾਏ ਨੇ। ਪਿਛਲੇ 1 ਸਾਲ ਤੋਂ 0.5 ਬੇਸਿਸ ਪੁਆਇੰਟ 0.25 ਬੇਸਿਸ ਪੁਆਇੰਟ ਇੰਟਰਸਟ ਰੇਟ ਦੇਖਦੇ ਰਹੇ ਨੇ ਅਸੀਂ ਕਿ ਬਈ ਵਧਾਏ ਜਾਂਦੇ ਨੇ। ਹੁਣ ਇਹ ਵਾਲਾ ਜਿਹੜੀ ਮਾਰਕੀਟ ਤੋਂ ਜਿਹੜਾ ਅਸੀਂ ਦੇਖਦੇ ਪਿਆ ਇਕਨੋਮੀ 'ਚ ਵੀ ਇੰਪੈਕਟ ਪਿਆ ਹੈ ਤੇ ਹੁਣ ਥੋੜਾ ਜਿਹਾ ਜਿਹੜਾ ਇਨਫਲੇਸ਼ਨ ਦਾ ਨੰਬਰ ਵੀ ਘਟ ਗਿਆ ਹੈ ਤੇ ਇਹ ਕੌਨਫੀਡੈਂਸ ਜਿਹਦਾ ਬੈਂਕ ਆਫ ਕੈਨੇਡਾ ਵੱਲੋਂ ਵੀ ਆਇਆ ਕਿ ਹੁਣ ਇਹ ਰਾਈਟ ਟਾਈਮ ਹੈਗਾ ਹੈ ਕਿ ਬਈ ਇੰਟਰਸਟ ਰੇਟ ਪੌਜ਼ ਕਰ ਦਈਏ, ਕਿ ਬਈ ਹੁਣ ਜਿਹੜਾ ਅਫੋਰਡੇਬਿਲਿਟੀ ਹੈਗੀ ਹੈ ਬਾਇਰਸ ਦੀ ਤੇ ਜਿਹੜੇ ਮੌਰਗੇਜ ਰੇਟਸ ਨੇ ਉਹ ਥੋੜੇ ਜਿਹਾ ਇੰਪੈਕਟ ਜ਼ਿਆਦਾ ਨਾ ਹੋਣ। ਤੇ ਇਹ ਕੌਨਫੀਡੈਂਸ ਲਈ ਆਈ ਥਿੰਕ ਮਾਰਕੀਟ 'ਚ ਕਾਫੀ ਚੰਗਾ ਪੋਜ਼ਿਟਿਵਿਟੀ ਆਈ ਹੈਗੀ ਆ। ਇੱਕ ਵੀਕ ਦੀ ਮਾਰਕੀਟ ਪ੍ਰੈਡਿਕਸ਼ਨਸ ਦੀ ਗੱਲ ਕੀਤੀ ਜਾਵੇ ਤਾਂ ਕਿਵੇਂ ਦੀ ਰਹੀ ਤੇ ਨਾਲ ਦੀ ਨਾਲ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੀ ਲੱਗ ਰਿਹਾ? ਜਿਵੇਂ ਇਸ ਵਕਤ ਰੇਟ ਥੋੜੇ ਜਿਹੇ ਸਮੇਂ ਲਈ ਫ੍ਰੀਜ਼ ਕਰ ਦਿੱਤੇ ਗਏ ਨੇ, ਕੀ ਲੱਗ ਰਿਹਾ ਤੁਹਾਨੂੰ? ਪਿਛਲੇ ਹਫਤੇ ਨਾਲੋਂ ਤਰਨ ਜੀ ਇਹ ਹੈ ਕਿ ਜਿੱਦਾਂ ਸੀ ਕਿ ਵੀਕ ਦੇ ਵਿੱਚ ਮਤਲਬ ਵੈਸੇ ਤਾਂ ਐਵਰੀਡੇ ਪਰ 3 ਦਿਨ ਸਾਡੇ ਪੱਕੇ ਰੱਖੇ ਹੋਏ ਆ ਕਿ ਜਦੋਂ ਅਸੀਂ ਬਿਲਕੁਲ ਡਿਟੇਲ 'ਚ ਇਨਵੈਂਟਰੀ ਨੂੰ ਮੋਨੀਟਰ ਕਰਦੇ ਆ, ਮਾਰਕੀਟ ਨੂੰ ਮੋਨੀਟਰ ਕਰਦੇ ਆ, ਔਰ ਉਹਦੇ 'ਚ ਇਹ ਹੈ ਕਿ ਪਿਛਲੇ ਵੀਕ ਨਾਲੋਂ ਇਸ ਵੀਕ ਦੇ ਵਿੱਚ ਜਿਵੇਂ ਆਪਾਂ ਪਿਛਲੇ ਦੀ ਗੱਲ ਕਰੀਏ ਤਾਂ ਇਸ ਵੀਕ ਦੇ ਵਿੱਚ ਜਿਹੜਾ ਵੀਕ ਹੁਣ ਗਿਆ ਵਾ ਜੀ, ਇਹਦੇ 'ਚ ਨੰਬਰ ਆਫ ਸੇਲਸ ਉੱਪਰ ਗਈਆਂ ਨੇ। ਨੰਬਰ ਆਫ ਸੇਲਸ ਤਰਨ ਜੀ ਉਦੋਂ ਹੀ ਉੱਪਰ ਜਾਂਦੀਆਂ ਨੇ ਜਦੋਂ ਲੋਕਾਂ ਦਾ ਮਾਰਕੀਟ 'ਚ ਕੌਨਫੀਡੈਂਸ ਵੱਧਦਾ, ਕਿਉਂਕਿ ਜਿਹੜਾ ਮਾਰਕੀਟ ਦੇ ਵਿੱਚ ਨੰਬਰ ਆਫ ਸੇਲਸ ਥੱਲੇ ਜਾਣ ਦਾ ਕਾਰਨ ਸੀ ਉਹ ਫੀਅਰ, ਡਰ ਸੀ, ਉਹਦੇ 'ਚ ਬਹੁਤ ਵੱਡਾ ਪਾਰਟ ਪਲੇ ਕਰ ਰਿਹਾ ਸੀਗਾ। ਕਈ ਲੋਕੀ ਪਿੱਛੇ ਵੀ ਜੇ ਆਪਾਂ ਗੱਲ ਕਰੀਏ ਘਰ ਲੈਣਾ ਚਾਹੁੰਦੇ ਸੀ, ਉਹ ਲੈਣ ਦੀ ਕੈਪੈਸਿਟੀ 'ਚ ਵੀ ਸੀਗੇ, ਉਹ ਮੌਰਗੇਜ ਵੀ ਅਫੋਰਡ ਕਰਦੇ ਸੀ, ਬਟ ਉਹਦੇ ਅੰਦਰ ਇੱਕ ਡਰ ਸੀ ਬਹੁਤ ਵੱਡਾ ਕਿ ਘਰ ਦਾ ਪ੍ਰਾਈਸ ਨਾ ਪਹਿਲਾਂ ਐਡਜਸਟ ਹੋ ਗਿਆ, ਹੋ ਸਕਦਾ ਮਾਰਕੀਟ ਹੋਰ ਥੱਲੇ ਨਾ ਚਲੀ ਜਾਵੇ। ਸੋ ਜਿਹੜਾ ਮਾਰਕੀਟ ਦੇ ਵਿੱਚ ਕੌਨਫੀਡੈਂਸ ਵਾਪਸ ਆਉਣਾ ਉਹੀ ਨੰਬਰ ਆਫ ਟ੍ਰਾਂਜੈਕਸ਼ਨਸ ਨੂੰ ਉੱਪਰ ਲੈ ਕੇ ਜਾਂਦਾ, ਉਹੀ ਸੇਲਸ ਨੂੰ ਉੱਤੇ ਲੈ ਕੇ ਜਾਂਦਾ। ਹਾਲਾਂਕਿ ਇਨਵੈਂਟਰੀ ਦਾ ਨੰਬਰ 'ਚ ਕੋਈ ਬਹੁਤ ਵੱਡੀ ਚੇਂਜ ਨਹੀਂ ਹੈ। ਇਨਵੈਂਟਰੀ ਦਾ ਨੰਬਰ 10-15 ਪ੍ਰਾਪਰਟੀ ਉੱਤੇ ਥੱਲੇ ਫਲਕਚੁਏਟ ਕਰ ਰਿਹਾ, ਬਰੈਂਪਟਨ ਦਾ ਵੀ ਔਰ ਮਿਸੀਸਾਗਾ ਦਾ ਵੀ 10-20 ਪ੍ਰਾਪਰਟੀ ਉੱਪਰ ਥੱਲੇ ਫਲਕਚੁਏਟ ਕਰ ਰਿਹਾ ਜੇ ਆਪਾਂ ਇੱਧਰ ਆਪਾਂ ਵੈਸਟ ਦੀ ਗੱਲ ਕਰੀਏ ਤਾਂ। ਬਟ ਜਿਹੜੀਆਂ ਨੰਬਰ ਆਫ ਸੇਲਸ ਨੇ ਜੀ ਉਹਨਾਂ ਦਾ ਉੱਪਰ ਜਾਣਾ ਵਾ ਜਿਹੜਾ, ਉਹ ਬਹੁਤ ਵੱਡੀ ਇੰਡੀਕੇਸ਼ਨ ਆ ਕਿ ਲੋਕਾਂ ਦਾ ਅੰਦਰ ਹੌਲੀ ਹੌਲੀ ਮਾਰਕੀਟ ਬਾਰੇ ਜਿਹੜਾ ਕੌਨਫੀਡੈਂਸ ਆ ਹੁਣ ਵਧਣਾ ਸ਼ੁਰੂ ਹੋ ਗਿਆ। ਜੇ ਤੁਸੀਂ ਇਨਵੈਂਟਰੀ ਦੀ ਗੱਲ ਕਰਦੇ ਹੋ, ਇੱਕ ਬਹੁਤ ਵੱਡੇ ਕੈਨੇਡਾ ਦੇ ਗਰੁੱਪ ਦੀ ਗੱਲ ਕੀਤੀ ਜਾਵੇ ਰੀਅਲ ਸਟੇਟ ਨਾਲ ਸੰਬੰਧਿਤ, ਉਹਨਾਂ ਦੇ ਇੱਕ ਬਿਆਨ ਆਇਆ ਕਿ ਇਸ ਵਕਤ ਜਿਹੜੀ ਇਨਵੈਂਟਰੀ ਆ ਸ਼ੌਕਿੰਗ ਲੋ ਦੇ ਉੱਤੇ ਹੈਗੀ। ਬਿਲਕੁਲ ਲੋ ਹੈ। ਕੀ ਕਹੋਗੇ ਜੀਟੀਏ ਦੇ ਵਿੱਚ ਵੀ ਕੀ ਇਹੀ ਦੇਖਣ ਨੂੰ ਮਿਲਿਆ? ਜੀਟੀਏ ਦੇ ਵਿੱਚ ਵੀ ਇਨਵੈਂਟਰੀ ਲੋ ਹੈ। ਜੇ ਲੋਕਾਂ ਦੇ ਅੰਦਰ ਅੱਜ ਡਰ ਨਾ ਹੋਵੇ ਜੀ ਤਾਂ ਭਾਵੇਂ ਇੰਟਰਸਟ ਰੇਟ ਉੱਪਰ ਵੀ ਆ, ਮੈਨੂੰ ਫਿਰ ਵੀ ਲੱਗਦਾ ਕਿ ਜਿਹੜੀਆਂ ਨੰਬਰ ਆਫ ਸੇਲਸ ਨੇ ਹੋਰ ਵੱਧ ਜਾਣਗੀਆਂ ਜੀ, ਕਿਉਂਕਿ ਜਿਹੜੀ ਇਨਵੈਂਟਰੀ ਆ ਉਹ ਬਹੁਤ ਥੱਲੇ ਆ। ਮੈਂ ਹੁਣ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਇੱਥੇ ਤਰਨ ਜੀ, ਜੇ ਆਪਾਂ ਹੈਲਦੀ ਮਾਰਕੀਟ ਦੀ ਗੱਲ ਕਰੀਏ,
ਹੈਲਦੀ ਮਾਰਕੀਟ ਜਿਹੜੀ ਰੀਅਲ ਸਟੇਟ ਇੰਡਸਟਰੀ ਦੇ ਵਿੱਚ ਆ, ਇਹਦੇ 'ਚ ਇਹ ਕੰਸੀਡਰ ਕੀਤਾ ਜਾਂਦਾ ਕਿ ਮਾਰਕੀਟ ਦੇ ਵਿੱਚ ਤਕਰੀਬਨ 2 ਤੋਂ 3 ਮਹੀਨੇ ਦੀ ਇਨਵੈਂਟਰੀ ਹੋਣੀ ਚਾਹੀਦੀ ਆ। ਉਹਨੂੰ ਹੈਲਦੀ ਮਾਰਕੀਟ ਕਹਿੰਦੇ ਆ। ਹੈਲਦੀ ਮਾਰਕੀਟ ਦਾ ਮਤਲਬ ਇਹ ਆ ਕਿ ਜਿਹੜੀ ਮਾਰਕੀਟ ਨਾ ਤਾਂ ਬਾਇਰਸ ਦੀ ਫੇਵਰ ਕਰਦੀ ਆ ਨਾ ਸੈਲਰਸ ਦੀ ਫੇਵਰ ਕਰਦੀ ਆ, ਉਹ ਇੱਕ ਸਮੂਥ ਮਾਰਕੀਟ ਆ ਉਹ। ਔਰ ਜੇ ਅੱਜ ਦੀ ਆਪਾਂ ਡੇਟ ਦੇ ਵਿੱਚ ਗੱਲ ਕਰੀਏ, ਅੱਜ ਦੀ ਡੇਟ ਦੇ ਵਿੱਚ ਮਹੀਨੇ ਦੀ ਵੀ ਇਨਵੈਂਟਰੀ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਹੈ। ਜੇ ਆਪਾਂ ਨੰਬਰ ਆਫ ਸੇਲਸ ਦੇ ਨੋ ਡਾਊਟ ਕਿ ਨੰਬਰ ਆਫ ਸੇਲਸ ਥੱਲੇ ਜਾ ਚੁੱਕੀਆਂ ਨੇ, ਪਰ ਜੇ ਆਪਾਂ ਐਵਰੇਜ ਸੇਲਸ ਦੇਖੀਏ ਪਿਛਲੇ 10 ਸਾਲਾਂ ਦੀਆਂ 15 ਸਾਲਾਂ ਦੀਆਂ, ਤਾਂ ਆਪਾਂ 1 ਮਹੀਨੇ ਦੀ ਇਨਵੈਂਟਰੀ ਵੀ ਨਹੀਂ ਕੈਰੀ ਕਰਦੇ ਜੀ। ਸੋ ਜਿਹੜੀ 1 ਮਹੀਨੇ ਦੀ ਇਨਵੈਂਟਰੀ ਆ ਕੈਰੀ ਨਾ ਕਰਨਾ, ਉਹ ਬੇਸਿਕਲੀ ਕੀ ਆ ਕਿ ਉਹ ਸੈਲਰਸ ਮਾਰਕੀਟ ਆ ਜੇ ਦੇਖਿਆ ਜਾਵੇ ਤਾਂ। ਕਿਉਂਕਿ ਜਦੋਂ ਮਾਰਕੀਟ 'ਚ ਇਨਵੈਂਟਰੀ ਘੱਟ ਹੁੰਦੀ ਆ ਪ੍ਰਾਈਸ ਉੱਪਰ ਜਾਂਦੇ ਆ, ਪਰ ਪ੍ਰਾਈਸ ਉੱਪਰ ਨਹੀਂ ਜਾ ਰਹੇ, ਨਾ ਹੀ ਇਹ ਮਾਰਕੀਟ ਸੈਲਰਸ ਨੂੰ ਹੈਲਪ ਕਰ ਰਹੀ ਆ। ਸੈਲਰ ਦੇ ਹਾਲਾਂਕਿ ਇਹ ਅਗੇਂਸਟ ਪਾਰਟ ਪਲੇ ਕਰ ਰਹੀ ਸੀ ਇਹ ਮਾਰਕੀਟ। ਉਹ ਕੀ ਕਾਰਨ ਆ ਉਹਦੇ 'ਚ ਸਭ ਤੋਂ ਵੱਡਾ ਕਿ ਜਿਹੜਾ ਫੀਅਰ ਆ ਲੋਕਾਂ ਦੇ ਅੰਦਰ ਮਾਰਕੀਟ ਬਾਰੇ, ਕੌਨਫੀਡੈਂਸ ਜਿਹੜਾ ਨਹੀਂ ਹੈਗਾਗਾ, ਉਹ ਪਾਰਟ ਸਭ ਤੋਂ ਵੱਡਾ ਕਰ ਰਿਹਾ ਸੀ। ਔਰ ਦੂਜੀ ਜਿਹੜੀ ਚੀਜ਼ ਪਾਰਟ ਪਲੇ ਕਰ ਰਹੀ ਸੀ ਉਹ ਜਿਹੜੀਆਂ ਮਾਰਗੇਜ ਦੀਆਂ ਪੇਮੈਂਟਸ ਹਾਇਰ ਨੇ, ਪਰ ਉਹਦੇ ਨਾਲੋਂ ਫੀਅਰ ਜ਼ਿਆਦਾ ਵੱਡਾ ਪਾਰਟ ਪਲੇ ਕਰ ਰਿਹਾ ਸੀ। ਅਗਲਾ ਸਵਾਲ ਮੈਂ ਰੁਚੀ ਜੀ ਨੂੰ ਪੁੱਛ ਕੇ ਵਾਪਸ ਆਏ, ਤੁਹਾਡੇ ਕਮੈਂਟ ਜ਼ਰੂਰ ਲੈਣਾ ਚਾਹੂੰਗੀ। ਸਵਾਲ ਇਹ ਹੈ ਕਿ ਇਨਵੈਂਟਰੀ ਇਸ ਵਕਤ ਲੋਐਸਟ ਹੈਗੀ ਹੈ, ਇਨਵੈਂਟਰੀ ਇੰਨੀ ਜ਼ਿਆਦਾ ਹੈ ਨਹੀਂ। ਜਿਵੇਂ ਆਪਾਂ ਗੱਲ ਕਰ ਸੀ, ਇਸ ਵਕਤ ਰੇਟ ਆਫ ਇੰਟਰਸਟ ਵੀ ਬਿਲਕੁਲ ਅਜੇ ਫ੍ਰੀਜ਼ ਕਰ ਦਿੱਤਾ ਗਿਆ, ਅੱਗੇ ਨਹੀਂ ਵਧਾਇਆ ਗਿਆ ਹੈਗਾ। ਇਹਦੇ ਬਾਵਜੂਦ ਕੁਝ ਮੈਂ ਨਿਊਜ਼ਪੇਪਰਸ ਦੀ ਜੇ ਮੈਂ ਆਰਟੀਕਲਸ ਦੇਖ ਰਹੀ ਹਾਂ, ਉਹਦੇ ਵਿੱਚ ਕਿਹਾ ਜਾ ਰਿਹਾ ਕਿ ਘਰਾਂ ਦੀਆਂ ਕੀਮਤਾਂ ਦੇ ਵਿੱਚ ਬਿਡਿੰਗ ਇਸ ਵਕਤ ਚੱਲਣੀ ਸ਼ੁਰੂ ਹੋ ਚੁੱਕੀ ਹੈ। ਸੋ ਇਹ ਕਿਸ ਤਰੀਕੇ ਨਾਲ ਪੋਸੀਬਲ ਹੈ ਕਿ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ, ਇਨਵੈਂਟਰੀ ਘੱਟ ਹੈਗੀ ਆ। ਦੂਜੇ ਪਾਸੇ ਸਰ ਤੁਸੀਂ, ਜੇ ਮੈਂ ਤੁਹਾਡੇ ਕਮੈਂਟਸ ਤੇ ਆਵਾਂ ਕਿ ਘਰਾਂ ਦੀਆਂ ਕੀਮਤਾਂ ਸਟੇਬਲ ਵੀ ਹੈਗੀਆਂ ਨੇ, ਇਹ ਮਿਕਸ ਰਿਵਿਊਜ਼ ਕਿਸ ਤਰੀਕੇ ਨਾਲ ਆ ਰਹੇ ਨੇ? ਹਾਂਜੀ, ਇਹ ਦੋ ਜਿੱਦਾਂ ਹੁਣੇ ਅਸੀਂ ਰੀਅਲ ਏਸਟੇਟ ਦੀ ਮਾਰਕੀਟ ਦੇਖਨੇ ਪਏ ਆ, ਜਿਹੜੇ ਘਰ ਹੈਗੇ ਨੇ, ਜਿਹੜੇ ਮਿਲੀਅਨ ਤੋਂ ਥੱਲੇ ਵਾਲੇ ਘਰ ਹੈਗੇ ਨੇ, ਜਿਹੜੇ ਸਾਡੇ ਫਰਸਟ ਟਾਈਮ ਹੋਮ ਬਾਇਰਸ ਨੇ, ਉਹ ਜਿਹੜਾ ਪਾਰਕ ਕਰ ਚੁੱਕੇ ਸੀ ਜਾਂ ਅਨਸਰਟਨ ਸੀ ਲਾਸਟ ਈਅਰ ਤੱਕ ਕਿ ਬਈ ਅਸੀਂ ਕਾਰ ਬਾਈ ਕਰੀਏ ਕਿ ਰੁਕ ਜਾਈਏ, ਜਾਂ ਕੁਆਲੀਫਾਈਡ ਵੀ ਸੀ, ਉਹਨਾਂ ਨੂੰ ਮੌਰਟਗੇਜ ਦਾ ਜਿੱਦਾਂ ਐਪਲੀਕੇਸ਼ਨ ਵੀ ਹੈਗਾ ਸੀ, ਤਦ ਉਹਨਾਂ ਨੇ ਹੁਣ ਥੋੜਾ ਜਿਹਾ ਕੌਨਫੀਡੈਂਸ ਲੈ ਲਿੱਤਾ ਹੈ ਕਿ ਹੁਣ ਉਹ ਆ ਗਏ ਨੇ ਵਾਪਸ ਮਾਰਕੀਟ 'ਚ। ਉਹਨਾਂ ਨੂੰ ਲੱਗਦਾ ਪਿਆ ਹੁਣ ਇੰਟਰਸਟ ਰੇਟ ਜ਼ਿਆਦਾ ਨਹੀਂ ਵਧਣਗੇ। ਹੁਣ ਜਿੱਦਾਂ ਇੰਟਰਸਟ ਰੇਟ ਜ਼ਿਆਦਾ ਨਹੀਂ ਵਧਣਗੇ ਤਾਂ ਉਹ ਵਾਪਸ ਆਉਂਦੇ ਪਏ ਨੇ। ਤੇ ਹੁਣ ਜਿਹੜਾ ਮਿਲੀਅਨ ਤੋਂ ਥੱਲੇ ਵਾਲੇ ਅਸੀਂ ਦੇਖਨੇ ਪਏ ਆ, ਕਾਫੀ ਸਾਰੇ ਟ੍ਰਾਂਜੈਕਸ਼ਨ 'ਚ ਅਸੀਂ ਮਲਟੀਪਲ ਆਫਰ ਸਿਚੁਏਸ਼ਨ ਦੇਖ ਰਹੇ ਹਾਂ। ਮਲਟੀਪਲ ਆਫਰ ਦੀ ਸਿਚੁਏਸ਼ਨ ਕਿਵੇਂ ਆ ਗਈ? ਆਪਾਂ ਲਾਸਟ ਟਾਈਮ ਵੀ ਗੱਲ ਕਰ ਰਹੇ ਸੀਗੇ ਮਲਟੀਪਲ ਆਫਰਸ ਨੂੰ ਲੈ ਕੇ। ਇਸ ਟਾਈਮ ਮਾਰਕੀਟ ਦੇ ਵਿੱਚ 2-3 ਤਰ੍ਹਾਂ ਦੀਆਂ ਅਲੱਗ ਚੀਜ਼ਾਂ ਹੋ ਰਹੀਆਂ ਨੇ, ਜਿਹੜੀਆਂ ਕਿ ਤਰਨ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਹਾਨੂੰ ਉਹਦੇ ਤੋਂ ਕਾਫੀ ਪਿਕਚਰ ਕਲੀਅਰ ਹੋ ਜਾਏਗੀ। ਮਲਟੀਪਲ ਆਫਰ ਕਿਸੇ ਵੀ ਮਾਰਕੀਟ ਦੇ ਵਿੱਚ ਹੋ ਸਕਦੀ ਆ। ਮਲਟੀਪਲ ਆਫਰ ਕਦੋਂ ਹੁੰਦੀ ਹੈ? ਜਦੋਂ ਆਪਾਂ ਕਿਸੇ ਵੀ ਪ੍ਰਾਪਰਟੀ ਨੂੰ ਜੋ ਉਹਦੀ ਫੇਅਰ ਮਾਰਕੀਟ ਵੈਲਿਊ ਆ ਉਹਦੇ ਤੋਂ ਆਪਾਂ ਅੰਡਰ ਪ੍ਰਾਈਸ ਲਾਉਨੇ ਆ। ਔਰ ਜਿਹੜੀਆਂ ਪ੍ਰਾਪਰਟੀਆਂ ਅੱਜ ਵੀ ਫੇਅਰ ਮਾਰਕੀਟ ਤੋਂ ਥੱਲੇ ਅੰਡਰ ਪ੍ਰਾਈਸ ਲਾਈਆਂ ਜਾਂਦੀਆਂ ਨੇ, ਜਿਹੜੀਆਂ ਪ੍ਰਾਪਰਟੀਆਂ, ਉਹਨਾਂ ਦੇ ਮਲਟੀਪਲ ਆਫਰ ਹੋਣਾ ਬਿਲਕੁਲ ਨੋਰਮਲ ਆ ਜੀ। ਹੁਣ ਜਿਹੜੀ ਦੂਜੀ ਗੱਲ ਆ ਕਿ ਇਹ ਮਲਟੀਪਲ ਆਫਰ ਜਿਹੜੀਆਂ ਹੋ ਰਹੀਆਂ ਨੇ, ਇਹਦੇ ਨਾਲ ਜਦੋਂ ਕਿ ਪਿੱਛੇ ਆਪਾਂ ਦੇਖੀਏ, ਪਹਿਲਾਂ ਜਦੋਂ ਮਾਰਕੀਟ ਦੇ ਵਿੱਚ ਇਨਵੈਂਟਰੀ ਥੱਲੇ ਸੀ ਤਾਂ ਲੋਕੀ ਬਿਯੋਂਡ ਆਪਣੀ ਲਿਮਿਟਸ ਤੋਂ ਪ੍ਰਾਪਰਟੀ ਦੇ ਪ੍ਰਾਈਸ ਪੇ ਕਰ ਰਹੇ ਸੀਗੇ। ਹੁਣ ਉਹ ਚੀਜ਼ ਹਜੇ ਵੀ ਨਹੀਂ ਹੋ ਰਹੀ, ਔਰ ਮੈਨੂੰ ਲੱਗਦਾ ਵੀ ਨਹੀਂ ਕਿ ਉਹ ਛੇਤੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਇਦਾਂ ਦੀ ਪੋਜੀਸ਼ਨ ਆਏਗੀ। ਮਲਟੀਪਲ ਆਫਰ ਹੋਣਾ ਇੱਕ ਅਲੱਗ ਚੀਜ਼ ਆ, ਘਰ ਦਾ ਪ੍ਰਾਈਸ ਓਵਰ ਪੇ ਕਰਨਾ ਫੇਅਰ ਮਾਰਕੀਟ ਵੈਲਿਊ ਨਾਲੋਂ ਉਹ ਇੱਕ ਅਲੱਗ ਚੀਜ਼ ਆ। ਅੱਜ ਮਲਟੀਪਲ ਆਫਰ ਹੋ ਰਹੀ ਆ, ਬਟ ਲੋਕੀ ਅੱਜ ਇਹ ਨਹੀਂ ਹੈ ਕਿ ਵੀ ਆਪਾਂ ਗੱਲ ਕਰੀਏ ਕਿ ਉਹ ਬਿਲਕੁਲ, ਹੁਣ ਅਸੀਂ ਵੀ ਬਹੁਤ ਸਾਡੇ ਕੋਲ ਲਿਸਟਿੰਗਸ ਕੈਰੀ ਕਰਦੇ ਆ, ਸਾਡੀਆਂ ਕਈ ਪ੍ਰਾਪਰਟੀ ਦੇ ਉੱਪਰ ਮਲਟੀਪਲ ਆਫਰਸ ਆ ਰਹੀਆਂ ਨੇ, ਬਟ ਉਹ ਲੋਕ ਇਦਾਂ ਨਹੀਂ ਹੈ ਜੀ ਕਿ ਜੇ ਉਹਨਾਂ ਦੇ ਜੇ ਮਲਟੀਪਲ ਆਫਰ ਚੋਂ ਆ ਗਏ ਤਾਂ ਉਹ ਡਰ ਗਏ ਜੀ, ਹੁਣ ਮਤਲਬ ਪਤਾ ਨਹੀਂ ਸ਼ਾਇਦ ਸਾਨੂੰ ਘਰ ਹੀ ਨਹੀਂ ਮਿਲਣਾ, ਤੇ ਉਹ 50,000 ਲੱਖ $2 ਲੱਖ ਪ੍ਰਾਈਸ ਉਹਦਾ ਉੱਤੇ ਪੇ ਕਰ ਰਿਹਾ। ਇਹੋ ਜੀ ਕੋਈ ਚੀਜ਼ ਨਹੀਂ ਹੋ ਰਹੀਗੀ। ਉਹ ਆਉਂਦੇ ਆ ਪਰ ਉਹ ਹਜੇ ਵੀ ਇੱਕ ਰੇਂਜ ਦੇ ਵਿੱਚ ਹੀ ਪ੍ਰਾਈਸ ਉਹਦਾ ਆਫਰ ਕਰਦੇ ਆ। ਸੋ ਇਹ ਤਾਂ ਹੈਗਾ ਮਲਟੀਪਲ ਆਫਰ ਵਾਲਾ ਸਿਨੈਰੀਓ। ਹੁਣ ਦੂਜੀ ਗੱਲ ਇਹ ਹੈ ਕਿ ਜਿਹੜੀ ਮਾਰਕੀਟ ਦੇ ਵਿੱਚ ਇਨਵੈਂਟਰੀ ਲੋ ਆ, ਉਹ ਹਿਸਟੋਰੀਕਲੀ ਲੋ ਆ ਇਨਵੈਂਟਰੀ ਫੇਅਰ। ਹੁਣ ਇਹਦੇ ਵਿੱਚ ਕੀ ਹੈ ਕਿ ਇਹਦੇ ਚ ਹੋਣਾ ਕੀ ਚਾਹੀਦਾ ਸੀਗਾ ਕਿ ਮਾਰਕੀਟ ਦੇ ਵਿੱਚ ਫਿਰ ਹਫੜਾ ਦਫੜੀ ਹੋਣੀ ਚਾਹੀਦੀ ਸੀ, ਸੇਲਸ ਵਧਣੀਆਂ ਚਾਹੀਦੀਆਂ ਸੀ, ਲੋਕੀ ਉੱਪਰ ਪ੍ਰਾਈਸ ਪੇ ਕਰਦੇ ਹੋਣੇ ਚਾਹੀਦੇ ਸੀਗੇ, ਕਿਉਂਕਿ ਜਦੋਂ ਵੀ ਲੋ ਇਨਵੈਂਟਰੀ ਹੁੰਦੀ ਹੈ ਇਹ ਚੀਜ਼ ਹੁੰਦੀ ਆ। ਬਟ ਉਹਦੇ ਚ ਕੀ ਆ, ਜਿਹੜਾ ਡਰ ਬੈਠਿਆ ਹੋਇਆ ਲੋਕਾਂ ਦੇ ਮਨ 'ਚ, ਜਿਹੜਾ ਕਿ ਪਿੱਛੇ 6-7 ਮਹੀਨਿਆਂ ਦੇ ਵਿੱਚ ਹੋਇਆ, ਉਹ ਡਰ ਆ, ਉਹਨਾਂ ਨੂੰ ਉਹ ਚੀਜ਼ ਨਹੀਂ ਕਰਨ ਦੇ ਰਿਹਾ। ਉਹ ਇੱਕ ਇਸ ਟਾਈਮ ਉਹ ਡਰ ਇੱਕ ਥਾਂ ਤੇ ਪੋਜ਼ਿਟਿਵ ਪਾਰਟ ਵੀ ਪਲੇ ਕਰ ਰਿਹਾ ਵਾ, ਉਹ ਜਿਹੜਾ ਡਰ ਆ ਉਹਨਾਂ 'ਚ, ਕਿਉਂਕਿ ਉਹ ਲੋਕੀ ਆਪਣੀ ਲਿਮਿਟ ਤੋਂ ਬਾਹਰ ਜਾ ਕੇ ਚੀਜ਼ਾਂ ਨਹੀਂ ਕਰ ਰਹੇਗੇ। ਔਰ ਤੀਜੀ ਜਿਹੜੀ ਚੀਜ਼ ਆ ਉਹ ਇਹ ਆ ਕਿ ਜਿਹੜੇ ਹਾਈ ਇੰਟਰਸਟ ਰੇਟ ਨੇ ਔਰ ਪਲੱਸ ਜਿਹੜਾ ਹਾਈ ਕੁਆਲੀਫਾਈਂਗ ਰੇਟ ਆ, ਉਹ ਜੇ ਕੋਈ ਬੰਦਾ ਉਸ ਡਰ ਨੂੰ ਕੱਢ ਕੇ ਜੇ ਉਹ ਜਿਹਾ ਕੋਈ ਕਦਮ ਚੱਕਣ ਦੀ ਵੀ ਕੋਸ਼ਿਸ਼ ਕਰਦਾ ਤਾਂ ਉਹਨੂੰ ਉਹ ਕਦਮ ਵੀ ਚੱਕਣ ਨਹੀਂ ਦੇ ਰਹੇਗੇ। ਕਿਉਂਕਿ ਜਦੋਂ ਉਹ ਬੈਂਕਰ ਦੇ ਕੋਲ ਜਾਂਦਾ, ਉਹ ਸੋਚਦਾ ਕਿ ਯਾਰ ਤੂੰ ਮੈਂ
ਘਰ ਮੈਨੂੰ 15 ਲੱਖ ਦਾ ਨਹੀਂ ਇਹ ਘਰ ਹੋਣਾ, ਜੇ ਮੈਨੂੰ 17 ਲੱਖ ਦਾ ਮਿਲਿਆ, ਪਰ ਬੈਂਕਰ ਉਹਨੂੰ ਕਹਿੰਦਾ ਵੀ ਤੇਰੀ 2 ਲੱਖ ਹੋਰ ਤੇ ਦੀ ਮੌਰਗੇਜ ਨਹੀਂ ਅਪਰੂਵ ਹੋਣੀਗੀ, ਜੇ ਤੂੰ ਨਹੀਂ ਪੈਸੇ ਕਿਸੇ ਹੋਰ ਤਰੀਕੇ ਨਾਲ ਅਰੇਂਜ ਕਰ ਸਕਦਾ, ਮੇਰੇ ਕੋਲ ਕੋਈ ਅਲਟਰਨੇਟ ਨਹੀਂ ਹੈ ਤੇਰਾ। ਪਹਿਲਾਂ ਕੀ ਸੀਗਾ, ਪਹਿਲਾਂ ਉਹ ਜਿਵੇਂ ਕਹਿ ਲਓ ਕਿ ਲੋ ਇੰਟਰਸਟ ਰੇਟ ਹੋਣ ਕਰਕੇ ਕੁਆਲੀਫਾਈਂਗ ਰੇਟ ਘੱਟ ਸੀਗਾ, ਉਹ ਕਾਫੀ ਉੱਪਰ ਮਤਲਬ ਪੇ ਕਰ ਜਾਂਦੇ ਸੀ। ਇਹ ਜਿਵੇਂ ਕਹਿ ਲਓ ਕਿ ਮਾਰਕੀਟ ਦੇ ਵਿੱਚ ਡਰ, ਇੰਟਰਸਟ ਰੇਟ ਹਾਈ ਕਿਤੇ ਨੈਗੇਟਿਵ ਪਾਰਟ ਪਲੇ ਕਰ ਰਿਹਾ, ਉਹ ਕਿਤੇ ਨਾਲ ਦੀ ਨਾਲ ਪੋਜ਼ਿਟਿਵ ਪਾਰਟ ਵੀ ਪਲੇ ਕਰ ਰਿਹਾ। ਨਹੀਂ ਤਾਂ ਲੋਕੀ ਜਿਵੇਂ ਇਨਵੈਂਟਰੀ ਲੋ ਆ, ਹੋ ਸਕਦਾ ਦੁਬਾਰਾ ਫਿਰ ਅਗਰੈਸਿਵ ਹੋ ਕੇ ਪ੍ਰਾਈਸ ਦੇਣਾ ਸ਼ੁਰੂ ਕਰ ਦਿੰਦੇ। ਜੇ ਅਗਰੈਸਿਵ ਹੋ ਕੇ ਪ੍ਰਾਈਸ ਦੇਣਾ ਸ਼ੁਰੂ ਕਰਦੇ ਆ ਤਾਂ ਆਉਣ ਵਾਲੇ ਸਮੇਂ 'ਚ ਕੀ ਆਪਾਂ ਨੂੰ ਲੱਗ ਰਿਹਾ ਕਿ ਰੀਅਲ ਏਸਟੇਟ ਮਾਰਕੀਟ ਦੀ, ਜੇ ਖਾਸ ਤੌਰ ਤੇ ਮੈਂ GTA ਦੀ ਗੱਲ ਕਰਾਂ, ਕੀਮਤਾਂ ਉੱਪਰ ਜਾ ਸਕਦੀਆਂ ਨੇ? ਮੈਨੂੰ ਲੱਗਦਾ ਨਹੀਂਗਾ ਜੀ ਕਿ ਕੀਮਤਾਂ ਉੱਪਰ ਕੋਈ ਬਹੁਤ ਜਾ ਸਕਦੀਆਂ ਨੇ, ਜੋ ਕਿਉਂਕਿ ਡਰ ਦੇ ਵਿੱਚ ਇਹ ਵੀ ਆਉਂਦਾ ਹੈ ਕਿ ਜੇ ਇਸ ਵਕਤ ਇੰਟਰਸਟ ਰੇਟ ਫਰੀਜ਼ ਹੋ ਗਿਆ ਤਾਂ ਲੋਕਾਂ ਨੇ ਹੁਣ ਘਰਾਂ ਦੇ ਵੱਲ ਨੂੰ ਹੋਣਾ ਸ਼ੁਰੂ ਹੋਣਾ ਹੈ ਕਿ ਸ਼ਾਇਦ ਇਸ ਤੋਂ ਬਾਅਦ ਅੱਗੇ ਨੈਗੇਟਿਵ ਚ ਆਉਣਾ ਸ਼ੁਰੂ ਹੋ ਜਾਏ, ਘਟਣਾ ਸ਼ੁਰੂ ਹੋ ਜਾਵੇ। ਪਰ ਇਸ ਦੇ ਲਈ ਇਹ ਵੀ ਹੋਏਗਾ ਲੋਕਾਂ ਨੂੰ ਕਿ ਹੁਣ ਅਸੀਂ ਸ਼ਾਇਦ ਇਸ ਪਾਸੇ ਵੱਲ ਮੂਵ ਕਰੀਏ ਕਿ ਹੁਣ ਘਰਾਂ ਦੇ ਵੱਲ ਜਾਈਏ। ਜੇ ਹੁਣ ਇਹਦੇ ਬਾਰੇ ਵੀ ਥੋੜੀ ਜਿਹੀ ਜਾਣਨਾ ਪਏਗਾ। ਦੇਖੋ ਜੀ, ਜਿਹੜੀਆਂ ਨੰਬਰ ਆਫ ਸੇਲਸ ਤਾਂ ਵਧਣਗੀਆਂ, ਜੇ ਮਾਰਕੀਟ ਦੇ ਵਿੱਚ ਪੋਜ਼ਿਟਿਵਿਟੀ ਆਏਗੀ, ਨੰਬਰ ਆਫ ਸੇਲਸ ਵਧਣਗੀਆਂ, ਇਹਦੇ 'ਚ ਕੋਈ ਦੋ ਰਾਏ ਵਾਲੀ ਗੱਲ ਨਹੀਂ। ਪਰ ਦੂਜੀ ਮਾਰਕੀਟ ਦੇ ਵਿੱਚ ਸਾਨੂੰ ਹੋਰ ਵੀ ਚੀਜ਼ ਨਜ਼ਰ ਆ ਰਹੀ ਹੈ ਤਰਨ ਜੀ, ਕਿਉਂਕਿ ਜਿਵੇਂ ਮੈਂ ਅੱਗੇ ਵੀ ਕਈ ਵਾਰ ਗੱਲ ਕੀਤੀ ਆ ਕਿ ਇੱਕ ਤਾਂ ਜਿਹੜੇ ਮਤਲਬ ਆਪਣੇ ਬਾਹਰਲੀਆਂ ਜਿਹੜੀਆਂ ਏਜੰਸੀਜ਼ ਨੇ, ਉਹ ਇੱਕ ਡੇਟਾ ਦੇਖ ਕੇ ਮਤਲਬ ਮਾਰਕੀਟ ਦੇ ਵਿੱਚ ਆਪਣੀਆਂ ਪ੍ਰੈਡਿਕਸ਼ਨਸ ਜਾਂ ਦਿੰਦੀਆਂ ਨੇ, ਜੋ ਵੀ ਉਹਨਾਂ ਦੀ ਫੀਡਬੈਕ ਆ। ਅਸੀਂ ਮਤਲਬ ਡੇਟਾ ਦੇ ਨਾਲ ਇੱਕ ਸਾਨੂੰ ਥੋੜਾ ਜਿਹਾ ਜਿਵੇਂ ਕਹ ਲਓ ਕਿ ਵਧੀਆ ਜਿਹੜੀ ਚੀਜ਼ ਸਾਨੂੰ ਇਹ ਮਿਲਦੀ ਆ ਕਿ ਸਾਨੂੰ ਡੇ ਟੂ ਡੇ ਲੋਕਾਂ ਨਾਲ ਇੰਟਰੈਕਟ ਕਰਨ ਦਾ ਮੌਕਾ ਮਿਲਦਾ, ਉਹਨਾਂ ਨਾਲ ਗਰਾਊਂਡ ਤੇ ਕੰਮ ਕਰਨ ਦਾ ਮੌਕਾ ਮਿਲਦਾ। ਹੁਣ ਅਸੀਂ ਇੱਕ ਚੀਜ਼ ਦੇਖਣੀ ਸ਼ੁਰੂ ਇਹ ਕਰਤੀ ਹੈ ਕਿ ਜਿਹੜੇ ਲੋਕੀ ਪਹਿਲਾਂ ਮਤਲਬ ਮੌਰਗੇਜ ਦੇ ਰੇਟ ਵਧਣ ਕਰਕੇ ਜਿਹੜੇ ਲੋਕੀ ਪਹਿਲਾਂ ਆਪਣੀਆਂ ਪੇਮੈਂਟਸ ਨੂੰ ਕਿਸੇ ਵੀ ਤਰੀਕੇ ਕੈਰੀ ਕਰਦੇ ਜਾ ਰਹੇ ਸੀਗੇ, ਹੁਣ ਜਿਸ ਤਰ੍ਹਾਂ ਕਿ ਉਹ 7 8 9 ਮਹੀਨੇ ਹੋ ਗਏ ਉਹਨਾਂ ਨੂੰ, ਉਸ ਤੋਂ ਵੀ ਜ਼ਿਆਦਾ ਹੋ ਚੱਲਿਆ ਟਾਈਮ ਪੇਮੈਂਟਸ ਵੱਧ ਦਿੰਦਿਆਂ ਨੂੰ, ਹੁਣ ਉਹਨਾਂ ਨੂੰ ਆਪਣੇ ਆਪ ਨੂੰ ਹੋਰ ਸਟ੍ਰੈਚ ਕਰਨਾ ਕਾਫੀ ਔਖਾ ਹੋ ਰਿਹਾ, ਕਾਫੀ ਔਖਾ ਹੋ ਰਿਹਾ। ਔਰ ਮੈਂ ਪਿਛਲੇ ਇੱਕ ਹਫ਼ਤੇ ਦੇ ਵਿੱਚ ਘੱਟੋ ਘੱਟ 4 ਇਹੋ ਜਿਹੇ ਸੈਲਰਸ ਨਾਲ ਗੱਲ ਕੀਤੀ ਆ। ਉਹ ਇਹ ਗੱਲ ਉਹਨਾਂ ਨੇ ਮੈਨੂੰ ਕਹੀ ਹੈ ਕਿ ਪ੍ਰਵੀਨ, ਅਸੀਂ ਇਹ ਨਹੀਂ ਕਿ ਅਫੋਰਡ ਨਹੀਂ ਕਰ ਪਾ ਰਹੇ, ਪਰ ਸਾਨੂੰ ਲੱਗ ਰਿਹਾ ਕਿ ਵੀ ਹੁਣ ਇਹ ਚੀਜ਼ ਸਾਡੀ ਨਾ ਲਿਮਿਟ ਤੋਂ ਬਾਹਰ ਜਾ ਰਹੀ ਆ। ਪਰ ਜਦੋਂ ਹੀ ਤੁਹਾਨੂੰ ਮਾਰਕੀਟ ਦੇ ਵਿੱਚ ਕੋਈ ਚੀਜ਼ ਠੀਕ ਲੱਗਦੀ ਆ, ਮਾਰਕੀਟ ਥੋੜੀ ਜਿਹੀ ਸਟੇਬਲ ਹੁੰਦੀ ਆ, ਨੋ ਡਾਊਟ ਸਾਨੂੰ ਪ੍ਰਾਈਸ ਉਹ ਤਾਂ ਨਹੀਂ ਮਿਲਣਾ, ਪਰ ਅਸੀਂ ਹੁਣ ਆਪਣਾ ਘਰ ਵੇਚਣਾ ਚਾਹਾਂਗੇ। ਔਰ ਇਹਦੇ 'ਚ ਇੱਕ ਹੋਰ ਜਿਹੜੀ ਵੱਡੀ ਚੇਂਜ ਆ ਰਹੀ ਹੈ, ਮੈਂ ਹੁਣ ਰਾਸਤੇ 'ਚ ਆਉਂਦਾ ਵੀ ਹੋਇਆ ਸੀ, ਮੈਨੂੰ ਇੱਕ ਸੈਲਰ ਦੀ ਕਾਲ ਆਈ, ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਜਿਨ੍ਹਾਂ ਨੇ ਇਨਵੈਸਟਮੈਂਟਸ ਕੀਤੀਆਂ ਹੋਈਆਂ ਸੀ, ਉਹਨਾਂ ਦੇ ਵਿੱਚ ਹੁਣ ਇਹ ਚੀਜ਼ ਆ ਰਹੀ ਹੈ ਕਿ ਉਹ ਆਪਣੀਆਂ ਇਨਵੈਸਟਮੈਂਟਸ ਨੂੰ ਹੋਰ ਕੈਰੀ ਨਹੀਂ ਕਰਨਾ ਚਾਹੁੰਦੇ। ਉਹ ਚਾਹ ਰਹੇ ਆ ਕਿ ਉਹ ਆਪਣੀਆਂ ਇਨਵੈਸਟਮੈਂਟਸ ਨੂੰ ਡਿਸਪੋਜ਼ ਆਫ ਕਰ ਦੇਣ। ਉਹਦੇ ਨਾਲ ਇੱਕ ਚੀਜ਼ ਵਧੀਆ ਕੀ ਹੋਏਗੀ ਕਿ ਮਾਰਕੀਟ ਦੇ ਵਿੱਚ ਇਨਵੈਂਟਰੀ ਦਾ ਫਲੋ ਆ ਜਿਹੜਾ ਹੋਰ ਵਧਣਾ ਸ਼ੁਰੂ ਹੋ ਜਾਏਗਾ। ਸੋ ਇਸ ਕਰਕੇ ਮੈਨੂੰ ਇਹ ਨਹੀਂ ਲੱਗਦਾਗਾ ਕਿ ਮਾਰਕੀਟ ਦੇ ਵਿੱਚ ਕੋਈ ਬਹੁਤ ਵੱਡੀ ਇਸ ਸਾਲ ਕੋਈ ਚੇਂਜ ਮੈਨੂੰ ਨਜ਼ਰ ਨਹੀਂ ਆ ਰਹੀ, ਨਾ ਤਾਂ ਮੈਨੂੰ ਕੋਈ ਪ੍ਰਾਈਸ ਦੇ ਬਾਰੇ ਕੋਈ ਬਹੁਤ ਵੱਡੀ ਚੇਂਜ ਨਜ਼ਰ ਆ ਰਹੀ ਹੈ, ਔਰ ਨਾ ਹੀ ਕੋਈ ਇੰਟਰਸਟ ਰੇਟ ਬਾਰੇ ਕੋਈ ਚੇਂਜ ਨਜ਼ਰ ਆ ਰਹੀ ਹੈ ਵੀ ਇੰਟਰਸਟ ਰੇਟ ਥੱਲੇ ਚਲੇ ਜਾਣਗੇ ਜਾਂ ਕੁਝ ਇਹੋ ਜਿਹੀ ਗੱਲ, ਔਰ ਨਾ ਹੀ ਇੰਟਰਸਟ ਰੇਟ ਕੋਈ ਬਹੁਤ ਉੱਪਰ ਜਾਣ ਵਾਲੀ ਵੀ ਚੀਜ਼ ਨਹੀਂ ਨਜ਼ਰ ਆ ਰਹੀ। 2023 ਦਾ ਜਿਹੜਾ ਸਾਲ ਆ, ਮੈਨੂੰ ਲੱਗ ਰਿਹਾ ਕਿ ਜਿਵੇਂ ਆਪਾਂ ਟ੍ਰੈਪ ਦੀ ਗੱਲ ਕਰੀਏ, ਲਾਸਟ ਈਅਰ 75,000 ਟ੍ਰਾਂਜੈਕਸ਼ਨ ਹੋਈ ਸੀ, ਐਤਕੀ ਵੀ ਮੈਨੂੰ ਲੱਗ ਰਿਹਾ ਕਿ ਇੰਨਾ ਕੁ 75-80,000 ਦਾ ਨੰਬਰ ਹੀ ਟ੍ਰਾਂਜੈਕਸ਼ਨ ਦਾ ਰਹੇਗਾ। ਜੀ ਰੁਚੀ ਜੀ, ਮੈਂ ਤੁਹਾਨੂੰ ਪੁੱਛਣਾ ਇਸ ਵਕਤ ਕਿਹਾ ਜਿਹੜਾ ਸੀ ਹਾਊਸਿੰਗ ਕਰੈਕਸ਼ਨ ਨੂੰ ਲੈ ਕੇ ਕੁਝ ਹਾਈਲਾਈਟਸ ਹੋਇਆ ਸੀ ਓਨਟਾਰੀਓ ਦੇ ਵਿੱਚ, ਸੋ ਉਹਦੀ ਜਾਣਕਾਰੀ ਜ਼ਰੂਰ ਥੋੜਾ ਜਿਹਾ ਦਿਓ ਜੇ ਤੁਹਾਡੇ ਕੋਲ ਹੈ ਤਾਂ। ਹਾਂਜੀ, ਜਿਹੜਾ ਹਾਊਸਿੰਗ ਕਰੈਕਸ਼ਨ ਸਾਡੇ ਲਈ ਹੋਇਆ ਸੀ ਲਾਸਟ ਈਅਰ, ਡਿਫਰੈਂਟ ਮਾਰਕੀਟ 'ਚ ਅਲੱਗ-ਅਲੱਗ ਪ੍ਰਾਈਸਸ ਦੇ ਕਰੈਕਸ਼ਨ ਹੋਏ ਸੀ। ਜਿੱਦਾਂ GTA ਦੀ ਅਸੀਂ ਗੱਲ ਕਰੀਏ ਤੇ GTA ਵਾਲੇ 20 ਤੋਂ 25% ਦਾ ਕਰੈਕਸ਼ਨ ਹੋਇਆ ਸੀ। ਹੁਣ ਜਿਹੜਾ ਹੈਗਾ ਇਹ ਨੰਬਰਸ ਥੋੜੇ ਜਿਹੇ ਚੇਂਜ ਆਉਂਦੇ ਪਏ ਨੇ। ਹੁਣ ਲਾਸਟ ਮੰਥ ਜਿਹੜਾ ਡੇਟਾ ਸਾਨੂੰ ਮਿਲਿਆ ਹੈਗਾ, ਉਹਨੂੰ ਦੇਖ ਕੇ ਲੱਗਦਾ ਹੈ ਕਿ ਵੀ ਹੁਣ 18% ਜਾਂ 16% ਦੇ ਲਗਭਗ ਦੇ ਕਰੈਕਸ਼ਨ ਆ ਗਏ ਨੇ। ਤਾਂ ਇਹ ਚੀਜ਼ ਹੈਗੀ ਹੈ ਕਿ ਵੀ ਥੋੜਾ ਜਿਹਾ ਕੌਨਫੀਡੈਂਸ ਵੱਧਦਾ ਪਿਆ ਹੈ ਬਾਇਰਸ ਦਾ ਵੀ ਮਾਰਕੀਟ 'ਚ, ਤੇ ਸੈਲਰਸ ਦੇ ਵਾਸਤੇ ਵੀ ਇੱਕ ਵਧੀਆ ਗੁੱਡ ਨਿਊਜ਼ ਇਹ ਹੈਗੀ ਹੈ ਕਿਉਂਕਿ ਇਨਵੈਂਟਰੀ ਲੋ ਹੈਗੀ ਹੈ ਤੇ ਉਹ ਵੀ ਆਪਣੇ ਕੌਨਫੀਡੈਂਸ ਨਾਲ ਆਪਣੀ ਪ੍ਰਾਪਰਟੀ ਸ਼ੋਕੇਸ ਕਰ ਸਕਦੇ ਆ ਲੋਕਾਂ ਨੂੰ। ਇਨਵੈਂਟਰੀ ਜਦੋਂ ਲੋ ਦੀ ਗੱਲ ਕਰਦੇ ਆ ਇਸ ਵਕਤ, ਫਿਰ ਬਾਇਰਸ ਦਾ ਇੰਟਰਸਟ ਕਿੱਧਰ ਨੂੰ ਜਾ ਸਕਦਾ? ਲਾਸਟ ਟਾਈਮ ਮੈਨੂੰ ਯਾਦ ਆ ਜਦੋਂ ਆਪਾਂ ਡਿਸਕਸ ਕੀਤਾ ਸੀ, ਤੁਸੀਂ ਕਿਹਾ ਸੀ ਕਿ ਇਸ ਵੇਲੇ ਜਿਹੜੇ ਬਿਲਡਰਸ ਹੈਗੇ ਕਾਫੀ ਵਧੀਆ ਇਨਸੈਂਟਿਵਸ ਨਾਲ ਦੇ ਰਹੇ ਨੇ, ਸੋ ਪ੍ਰੀ ਕੰਸਟਰਕਸ਼ਨਸ ਦੇ ਵੱਲ ਜ਼ਿਆਦਾ ਧਿਆਨ ਜਾਏਗਾ ਜਾਂ ਫਿਰ ਜਿਹੜੀਆਂ ਰੀਸੇਲ ਪ੍ਰਾਪਰਟੀਆਂ ਹੁੰਦੀਆਂ ਨੇ ਉਹਦੇ ਵਿੱਚ ਵੀ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਫਿਟ ਦਿਖ ਰਿਹਾ ਜਾਂ ਉਧਰ ਨੂੰ ਧਿਆਨ ਜ਼ਿਆਦਾ ਜਾਏਗਾ? ਇਹ ਤਰਜੀਹ ਦੀ ਬੜਾ ਵਧੀਆ ਕੁਐਸਚਨ ਪੁੱਛਿਆ। ਇਹ ਮੈਂ ਨਾ ਕਾਫੀ ਸੋਚ ਰਿਹਾ ਸੀਗਾ। ਇਹ ਸਾਨੂੰ ਇੱਕ ਮਾਰਕੀਟ ਦੇ ਵਿੱਚ ਹੋਰ ਚੇਂਜ ਨਜ਼ਰ ਆ ਰਹੀ ਆ। ਹੁਣ ਉਹ ਚੇਂਜ ਕੀ ਨਜ਼ਰ ਆ ਰਹੀ ਹੈ ਕਿਉਂਕਿ ਡੇ ਟੂ ਡੇ ਰੋਜ਼ ਕੰਮ ਕਰਦੇ ਆ, ਔਰ ਦੂਜੀ ਗੱਲ ਇਹ ਆ ਕਿ ਅਸੀਂ ਰੀਸੇਲ ਵੀ ਤੇ ਪ੍ਰੀ ਕੰਸਟਰਕਸ਼ਨ ਦੋਨੋਂ ਕਰਦੇ ਆ। ਸੋ ਦੋਨੋਂ ਤਰ੍ਹਾਂ ਦੇ ਬਾਇਰਸ ਨਾਲ ਇੰਟਰੈਕਸ਼ਨ ਹੁੰਦੀ ਹੈ ਔਰ ਦੋਨੋਂ ਤਰ੍ਹਾਂ ਦੇ ਸੈਲਰਸ ਨਾਲ ਇੰਟਰੈਕਸ਼ਨ ਹੁੰਦੀ ਹੈ। ਇੱਥੇ ਇੱਕ ਆਮ ਆਦਮੀ ਸੈਲਰ ਹੁੰਦਾ ਵਾ, ਇੱਥੇ ਬਿਲਡਰ ਸੈਲਰ ਹੁੰਦਾ, ਔਰ ਇੱਥੇ ਨਵਾਂ ਬਾਇਰ ਘਰ ਬਾਏ ਕਰਨ ਵਾਲਾ ਹੁੰਦਾ ਔਰ ਇੱਧਰ ਵੀ ਰੀਸੇਲ 'ਚ ਕੋਈ ਬਾਏ ਕਰਨ ਵਾਲਾ ਹੁੰਦਾ। ਹੁਣ ਕੀ ਹੋ ਰਿਹਾ ਕਿ ਜਿਹੜੇ ਬਾਇਰਸ ਅੱਜ ਦੀ ਡੇਟ ਦੇ ਵਿੱਚ ਉਹ
ਅੱਜ ਦੇ ਮੌਰਗੇਜ ਰੇਟ ਦੇ ਮੁਤਾਬਕ ਘਰ ਨਹੀਂ ਲੈ ਪਾ ਰਹੇ, ਜਾਂ ਉਹ ਮੌਰਗੇਜ ਨਹੀਂ ਕਮਿਟ ਕਰਨਾ ਚਾਹ ਰਹੇ, ਜਾਂ ਉਹ ਕੁਆਲੀਫਾਈਂਗ ਰੇਟ ਜ਼ਿਆਦਾ ਹੋਣ ਕਰਕੇ ਉਹ ਕੁਆਲੀਫਾਈ ਨਹੀਂ ਹੋ ਪਾ ਰਹੇਗੇ, ਉਹਨਾਂ ਨੂੰ ਇੱਕ ਚੀਜ਼ ਥੋੜੀ ਜੀ ਇਹ ਕਿਤੇ ਨਾ ਕਿਤੇ ਨਜ਼ਰ ਆਣੀ ਸ਼ੁਰੂ ਹੋ ਗਈ ਆ। ਮਤਲਬ ਉਹ ਇੰਨੇ ਅਗਰੈਸਿਵ ਤਾਂ ਨਹੀਂ ਹੋਏਗੇ ਵੀ ਆਪਾਂ ਇਹ ਗੱਲ ਕਹੀਏ ਕਿ ਜਿੱਦਾਂ ਉਹ ਪਹਿਲਾਂ ਸੀਗਾ ਕਿ ਲਾਈਨ ਲਾ ਕੇ ਬਾਹਰ ਖੜੇ ਹੁੰਦੇ ਸੀਗੇ, ਇਹੋ ਜੀ ਕੋਈ ਗੱਲ ਨਹੀਂ ਹੈ। ਮਤਲਬ ਵੀ ਲਾਈਨ ਲਾ ਕੇ ਖੜੇ ਆ, ਲੋਕੀ ਬਿਸਤਰੇ ਲੈ ਕੇ ਸੁੱਤੇ ਪਏ ਆ ਵੀ ਜਿਵੇਂ ਪਤਾ ਨਹੀਂ ਸਵੇਰੇ ਉਸ ਤੋਂ ਬਾਅਦ ਘਰ ਨਹੀਂ ਮਿਲੇ। ਹਾਂਜੀ, ਉਹੇ ਜੀ ਗੱਲ ਨਹੀਂ ਹੈ। ਬਟ ਬਿਲਡਰਸ ਨੂੰ ਵੀ ਮਤਲਬ ਉਹਨਾਂ ਦੀ ਇਨਵੈਂਟਰੀ ਤੇ ਰਿਸਪੌਂਸ ਆਉਣਾ ਸ਼ੁਰੂ ਹੋ ਗਿਆ। ਪਰ ਦੂਜੀ ਗੱਲ ਇੱਕ ਬਿਲਡਰਸ ਨੇ ਕੀ ਕੀਤੀ ਹੈ ਕਿ ਜਿੱਦਾਂ ਬਿਲਡਰਸ ਪਹਿਲਾਂ ਗੱਲ ਨਹੀਂ ਸੀ ਸੁਣਦੇਗੇ, ਬਿਲਡਰਸ ਨੇ ਹੁਣ ਇੱਕ ਤਾਂ ਇਨਸੈਂਟਿਵਸ ਵਧਾਤੇ ਕਾਫੀ ਜ਼ਿਆਦਾ। ਮਤਲਬ ਉਹਨਾਂ ਨੂੰ ਵੀ ਪਤਾ ਕਿ ਜੇ ਇਹ ਪ੍ਰੋਡਕਟ ਨੂੰ ਉਹਨਾਂ ਨੇ ਸੈਲ ਕਰਨਾ ਤਾਂ ਉਹਨਾਂ ਨੂੰ ਮਤਲਬ ਬਾਇਰਸ ਨੂੰ ਇਨਸੈਂਟਿਵ ਦੇਣੇ ਪੈਣੇ ਆ। ਔਰ ਜਿੱਦਾਂ ਪਹਿਲਾਂ ਸੈਲਰਸ ਪ੍ਰੋਐਕਟਿਵ ਹੁੰਦੇ ਸੀ ਜਾਂ ਸੈਲਰਸ ਪ੍ਰਾਪਰਟੀਜ਼ ਵਾਸਤੇ ਮਾਰਕੀਟਿੰਗ ਕਰਦੇ ਸੀ ਜਾਂ ਚੀਜ਼ਾਂ ਕਰਦੇ ਸੀ ਅਸੀਂ, ਹੁਣ ਬਿਲਡਰਸ ਨੇ ਵੀ ਉਹ ਪ੍ਰੋਐਕਟਿਵ ਐਕਸ਼ਨ ਕਾਫੀ ਲੈਣੇ ਸ਼ੁਰੂ ਕਰਤੇ ਆ। ਪ੍ਰੋਐਕਟਿਵ ਐਕਸ਼ਨ ਦਾ ਮਤਲਬ ਮੈਂ ਇਹ ਗੱਲ ਕਵਾਂਗਾ, ਹੁਣ ਜਿੱਦਾਂ ਕੋਈ ਸੈਲਰ ਹੁੰਦਾ ਸੀਗਾ ਜੀ, ਜਦੋਂ ਮਾਰਕੀਟ ਟਫ ਹੁੰਦੀ ਸੀ ਸੈਲਰ ਤੁਹਾਡੀ ਕਲੋਜ਼ਿੰਗ ਨਾਲ ਵੀ ਅਕੋਮੋਡੇਟ ਕਰਦਾ ਸੀਗਾ, ਤੁਹਾਡੇ ਨਾਲ ਪ੍ਰਾਈਸ ਵੀ ਨੈਗੋਸ਼ੀਏਟ ਕਰਦਾ ਸੀਗਾ, ਔਰ ਜੇ ਤੁਸੀਂ ਕਈ ਵਾਰ ਕੋਈ ਹੋਰ ਵੀ ਉਹਨਾਂ ਨਾਲ ਕੋਈ ਟਰਮਸ ਕੰਡੀਸ਼ਨ ਆਪਣੀਆਂ ਰੱਖਦੇ ਸੀਗੇ ਤਾਂ ਉਹ ਸੈਲਰ ਤੁਹਾਡੇ ਨਾਲ ਐਗਰੀ ਕਰਦਾ ਸੀ, ਕਿਉਂਕਿ ਸੈਲਰ ਨੂੰ ਪਤਾ ਸੀ ਮੈਂ ਆਪਣਾ ਘਰ ਵੇਚਣਾ। ਹੁਣ ਬਿਲਡਰ ਵੀ ਉਦਾਂ ਹੋ ਗਏ ਨੇ, ਉਹ ਤੁਹਾਡੇ ਨਾਲ ਕਾਫੀ ਚੀਜ਼ਾਂ ਨੈਗੋਸ਼ੀਏਟ ਕਰਨ ਲਈ ਤਿਆਰ ਹੋ ਗਏ। ਤੁਸੀਂ ਚੇਂਜ ਕਰਨੀ ਹੈ ਘਰ ਦੇ ਵਿੱਚ, ਉਹ ਜ਼ਿਆਦਾ ਫਲੈਕਸੀਬਲ ਨੇ। ਤੁਸੀਂ ਕੋਈ ਮੈਂ ਹੁਣ ਇੱਕ ਰੀਸੈਂਟਲੀ ਇੱਕ ਬਿਲਡਰ ਨੂੰ ਮਿਲਿਆ, ਉਹਨਾਂ ਦੇ ਡਿਕੋਰ ਸੈਂਟਰ 'ਚ ਗਿਆ। ਉਹਨਾਂ ਨੇ ਹੁਣ ਕੀ ਕੀਤਾ, ਕਿਉਂਕਿ ਉਹਨਾਂ ਨੇ ਵੀ ਆਪਣਾ ਪ੍ਰੋਡਕਟ ਵੇਚਣਾ, ਜਿਹੜੀਆਂ ਚੀਜ਼ਾਂ ਦੇ ਉਹ ਅਪਗ੍ਰੇਡਸ ਚਾਰਜ ਕਰਦੇ ਸੀ ਪਹਿਲਾਂ, ਉਹ ਉਹਨਾਂ ਨੇ ਹੁਣ ਸਟੈਂਡਰਡ ਦੇਣੀਆਂ ਸ਼ੁਰੂ ਕਰਤੀਆਂ, ਕਿਉਂਕਿ ਉਹਨਾਂ ਨੂੰ ਪਤਾ ਕਿ ਮਾਰਕੀਟ ਦੇ ਵਿੱਚ ਆਪਣਾ ਸਮਾਨ ਵੇਚਣਾ। ਜੇ ਅਸੀਂ ਉਹਨਾਂ ਨੂੰ ਡਿਪੋਜ਼ਿਟ ਵਾਸਤੇ ਕਿਸੇ ਵਾਸਤੇ ਗੱਲ ਕਰਦੇ ਹਾਂ ਕਿ ਇਹ ਬੰਦਾ ਡਿਪੋਜ਼ਿਟ ਨਹੀਂ ਇੰਨਾ ਦੇ ਸਕਦਾਗਾ, ਉਹ ਮਤਲਬ ਪਬਲਿਕਲੀ ਅਨਾਉਂਸ ਤਾਂ ਨਹੀਂ ਕਰਦੇਗੇ, ਉਹ ਸਾਨੂੰ ਇਹ ਕਹਿ ਦਿੰਦੇ ਕਿ ਸਾਨੂੰ ਤੁਸੀਂ ਇਹਦੀ ਡਿਟੇਲ ਭੇਜੋ, ਇਹ ਬੰਦੇ ਦੀ ਅਸੀਂ ਇੰਡੀਵਿਜੂਅਲ ਬੇਸ ਤੇ ਤੁਹਾਨੂੰ ਜੇ ਕੋਈ ਇਹਦੇ 'ਚ ਅਸੀਂ ਕਰ ਸਕਦੇ ਹਾਂ, ਤੁਹਾਨੂੰ ਕੋਈ ਇਹਦਾ ਡਿਪੋਜ਼ਿਟ ਸਟਰਕਚਰ ਸਟੈਚ ਕਰ ਸਕਦੇ ਹਾਂ, ਤੁਹਾਨੂੰ ਅਸੀਂ ਕਰਕੇ ਦੇਵਾਂਗੇ। ਸੋ ਇਹ ਜਿਹੜੀਆਂ ਚੀਜ਼ਾਂ ਹੋਣ ਲੱਗ ਗਈਆਂ ਨੇ, ਇਹਦੇ ਨਾਲ ਮੈਨੂੰ ਇੱਕ ਚੀਜ਼ ਨਜ਼ਰ ਆ ਰਹੀ ਹੈ ਕਿ ਆਉਣ ਵਾਲੇ 5-6 ਮਹੀਨਿਆਂ ਦੇ ਵਿੱਚ ਹੋ ਸਕਦਾ ਪ੍ਰੀ ਕੰਸਟਰਕਸ਼ਨ ਦੀਆਂ ਜਿਹੜੀਆਂ ਨਵੀਆਂ ਸੇਲਸ ਨੇ ਇਹਨਾਂ ਦਾ ਨੰਬਰ ਵੀ ਉੱਪਰ ਚਲਾ ਜਾਵੇ। ਅਸੀਂ ਜਦੋਂ ਇਨਵੈਂਟਰੀ ਦੀ ਗੱਲ ਕਰਦੇ ਹਾਂ, ਅਸੀਂ ਸਿਰਫ ਜਾਂ ਤਾਂ ਇਸ ਵਾਰ ਧਿਆਨ ਦੇ ਰਹੇ ਹਾਂ ਕਿ ਵੀ ਰੀਸੇਲ ਜਿਹੜੇ ਹਾਊਸ ਆਉਣ ਉਹ ਮਾਰਕੀਟ ਦੇ ਵਿੱਚ ਆਉਣ, ਜਾਂ ਫਿਰ ਉਸ ਵਕਤ ਜਿਹੜੇ ਪ੍ਰੀ ਕੰਸਟਰਕਸ਼ਨ ਹਾਊਸਿਸ ਜਾਂ ਪ੍ਰੋਜੈਕਟਸ ਹੈਗੇ ਉਹ ਕਿਸ ਵੇਲੇ ਮਾਰਕੀਟ 'ਚ ਆਉਂਦੇ ਆ। ਸਰਕਾਰ ਨੇ ਇੱਕ ਟੀਚਾ ਰੱਖਿਆ ਸੀ, ਮੈਂ ਅੱਗੇ ਵੀ ਤੁਹਾਡੇ ਨਾਲ ਇਹ ਸਵਾਲ ਪੁੱਛਿਆ ਸੀਗਾ ਤੇ ਮੈਂ ਇੱਕ ਵਾਰ ਫਿਰ ਤੋਂ ਪੁੱਛ ਰਹੀ ਹਾਂ, ਕਿਉਂਕਿ ਬ੍ਰੈਂਪਟਨ ਦੇ ਮੇਅਰ ਦੀ ਜਿਹੜੀ ਗੱਲ ਆਈ ਆ, ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ 2028 ਤੱਕ ਆਪਦੇ ਟਾਰਗੇਟ ਨੂੰ ਅਚੀਵ ਕਰ ਲਵਾਂਗੇ। ਸੋ ਫੰਡਿੰਗ ਦੀ ਗੱਲ ਦੀ ਇੱਕ ਰਹਿ ਗਈ ਆ, ਬਾਕੀ ਉਹ ਕਹਿ ਰਹੇ ਨੇ ਕਿ ਅਸੀਂ ਆਪਣੇ ਟਾਰਗੇਟ ਨੂੰ ਅਚੀਵ ਕਰ ਲਾਂਗੇ। ਕੀ ਇਹ ਇੰਨਾ, ਮੈਂ ਤੁਹਾਨੂੰ ਇੱਕ ਵਾਰ ਫਿਰ ਪੁੱਛੂੰਗੀ ਕਿ ਇੰਨਾ ਈਜ਼ੀ ਹੈ? ਮੈਨੂੰ ਨਹੀਂ ਲੱਗ ਰਿਹਾ ਤਰਨ ਜੀ ਕਿ ਇਹ ਟਾਰਗੇਟ ਅਚੀਵ ਹੋ ਸਕਦੇ ਨੇ ਇੰਨੇ ਸੌਖੇ, ਕਿਉਂਕਿ ਜਿਹੜਾ ਨੰਬਰ 12-15 ਹਜ਼ਾਰ ਘਰ ਦਾ ਹਰ ਸਾਲ ਦਾ ਬ੍ਰੈਂਪਟਨ ਦੇ ਵਿੱਚ ਬਣਨਾ ਜੀ, ਮਤਲਬ ਇੱਕ ਸਿੰਪਲ ਜੀ ਗੱਲ ਆ ਤਰਨ ਜੀ ਕਿ ਅੱਜ ਤੱਕ ਜਿੰਨੀਆਂ ਵੀ ਬ੍ਰੈਂਪਟਨ ਦੇ ਵਿੱਚ ਸੇਲਸ ਹੋਈਆਂ ਨੇ, ਅੱਜ ਤੱਕ ਜਿਹੜਾ ਪ੍ਰੀ ਕੰਸਟਰਕਸ਼ਨ ਦਾ ਹਾਈਐਸਟ ਨੰਬਰ ਰਿਹਾ ਜੀ, ਜਿਹੜੇ ਮਾਰਕੀਟ ਦੇ ਵਿੱਚ ਸੇਲਸ ਆਈਆਂ ਨੇ, ਉਹ 4000 ਦੇ ਕਰੀਬ ਰਿਹਾ ਜੀ, ਜਿਹੜੀਆਂ ਆਈਆਂ ਨੇ ਸੇਲਸ ਜੀ। ਉਹ 4000 ਦੇ ਨੰਬਰ ਨੂੰ ਤੁਸੀਂ 3 ਗੁਣਾ ਉੱਤੇ ਲੈ ਕੇ ਜਾਣਾ, ਇਹ ਕੋਈ ਛੋਟਾ ਮੋਟਾ ਟਾਸਕ ਨਹੀਂ ਮੈਨੂੰ ਲੱਗ ਰਿਹਾਗਾ ਜੀ। ਸਰਕਾਰ ਕੀ ਕਰ ਸਕਦੀ ਹੈ ਜੀ? ਸਰਕਾਰ ਵੱਧ ਤੋਂ ਵੱਧ ਇਹੀ ਹੈ ਜੀ ਕਿ ਆਪਣੇ ਪ੍ਰੋਸੈਸ ਨੂੰ ਥੋੜਾ ਬਹੁਤ ਹੋਰ ਸਪੀਡ ਅਪ ਕਰ ਸਕਦੀ ਹੈ, ਜਿਹੜਾ ਕਿ ਸਾਨੂੰ ਹਜੇ ਤੱਕ ਤਾਂ ਨਜ਼ਰ ਨਹੀਂ ਆ ਰਿਹਾ ਕਿ ਉਸ ਪ੍ਰੋਸੈਸ ਦੇ ਵਿੱਚ ਕੋਈ ਬਹੁਤ ਵੱਡੀ ਚੇਂਜ ਆ ਰਹੀ ਹੋਵੇ। ਔਰ ਨੰਬਰ 2 ਤੇ ਜੇ ਸਰਕਾਰ ਦੇ ਵਿੱਚ ਜੇ ਕੋਈ ਥੋੜੀ ਬਹੁਤ ਚੇਂਜ ਕਰਨ ਦੀ ਗੱਲ ਹੁੰਦੀ ਹੈ ਤਾਂ ਸਰਕਾਰ ਦੇ ਵਿੱਚ ਹੀ ਇਦਾਂ ਦੇ ਬੰਦੇ ਹੋਰ ਆਪੋਜੀਸ਼ਨ 'ਚ ਵੀ ਬੈਠੇ ਹੁੰਦੇ ਆ, ਉਹ ਉਹਨਾਂ ਚੀਜ਼ਾਂ ਦੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੰਦੇ ਆ। ਫਿਰ ਹੁਣ ਜਿੱਦਾਂ ਇੱਥੇ ਪ੍ਰੋਸੈਸ ਆ ਇੱਕ ਕਿ ਸਰਕਾਰ ਨੇ ਪਬਲਿਕ ਦਾ ਵੀ ਓਪੀਨੀਅਨ ਲੈਣਾ ਹੁੰਦਾ, ਜਿੱਥੇ ਕਿਤੇ ਡਿਵੈਲਪਮੈਂਟ ਕਰਨੀ ਆ ਉੱਥੇ ਕੋਈ ਨਾ ਕੋਈ ਇਸ਼ੂ ਆ ਜਾਂਦਾ। ਮੈਨੂੰ ਨਹੀਂ ਲੱਗ ਰਿਹਾਗਾ ਕਿ ਉਸ ਪ੍ਰੋਸੈਸ ਦੇ ਵਿੱਚ ਵੀ ਕੋਈ ਬਹੁਤ ਵੱਡੀ ਲੰਬੀ ਚੌੜੀ ਚੇਂਜ ਆ ਰਹੀ ਆ ਹਜੇ ਤੱਕ, ਤਾਂ ਆਉਣ ਵਾਲੇ ਟਾਈਮ ਬਾਰੇ ਕਹਿ ਨਹੀਂ ਸਕਦੇ। ਬਟ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅੱਗੇ ਵੀ ਇੱਕ ਵਾਰ ਗੱਲ ਸ਼ੇਅਰ ਕੀਤੀ ਸੀ ਕਿ ਸਾਡੀ ਕਈ ਬਿਲਡਰਸ ਨਾਲ ਜਿਵੇਂ ਕਹ ਲਓ 1-on-1 ਗੱਲ ਹੁੰਦੀ ਆ, ਜਿਹੜਾ ਇੱਥੇ ਟ੍ਰੇਡਸ ਦੀ ਅਵੇਲੇਬਿਲਿਟੀ ਆ, ਇੱਕ ਤਾਂ ਮਟੀਰੀਅਲ ਦੀ ਅਵੇਲੇਬਿਲਿਟੀ ਅਲੱਗ ਚੀਜ਼ ਹੈ, ਕਿ ਜਿਹੜਾ ਟ੍ਰੇਡ ਦੀ ਅਵੇਲੇਬਿਲਿਟੀ ਆ ਉਹ ਵੀ ਇੰਨੀ ਜ਼ਿਆਦਾ ਨਹੀਂ ਹੈ ਕਿ ਜੇ ਕੋਈ ਬਿਲਡਰ ਚਾਹਵੇ ਕਿ ਹਾਂਜੀ ਮੈਂ ਇੱਥੇ ਬਹੁਤ ਤੇਜ਼ੀ ਨਾਲ ਘਰ ਬਣਾ ਦਿਆਂਗਾ। ਵੈਦਰ ਕੰਡੀਸ਼ਨਸ ਨੇ, ਸਰਦੀਆਂ ਦਾ ਕੁਝ ਟਾਈਮ ਆ, ਡਿਗਿੰਗ ਨਹੀਂ ਹੁੰਦੀ, ਕੋਈ ਕੰਸਟਰਕਸ਼ਨ ਨਹੀਂ ਹੁੰਦੀ ਆਊਟਸਾਈਡ, ਉਹ ਚੀਜ਼ਾਂ ਨੂੰ ਤੁਸੀਂ ਕਿੱਦਾਂ ਬਦਲ ਲਓਗੇ? 1,13,000 ਘਰ ਦਾ ਟੀਚਾ ਹੈ, ਮੈਨੂੰ ਲੱਗਦਾ ਨਹੀਂਗਾ ਜੀ ਇਹ ਪੂਰਾ ਹੋ ਸਕੇਗਾ। ਜੇ ਘਰ ਦਾ ਟੀਚਾ ਪੂਰਾ ਕਰ ਜਵੇ ਸਰਕਾਰ ਜੀ, ਇੰਨੇ ਘਰ ਬਣ ਜਾਣ, ਤਾਂ ਮੈਨੂੰ ਲੱਗਦਾ ਕਿ ਰੀਅਲ ਏਸਟੇਟ ਵਾਲੇ ਬੰਦੇ ਹੋਰ ਕਾਫੀ ਜ਼ਿਆਦਾ ਮਤਲਬ ਬਿਜ਼ਨਸ, ਹਾਂਜੀ ਬਿਜ਼ਨਸ ਮਿਲੇਗਾ ਉਹਨਾਂ ਨੂੰ। ਤੁਸੀਂ ਕੀ ਕਹਿਣਾ ਚਾਹੋਗੇ ਰੁਚੀ? ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹੂੰਗੀ, ਜਿੱਦਾਂ ਪ੍ਰਵੀਨ ਜੀ ਨੇ ਹੁਣੇ ਕਿਹਾ ਕਿ ਵੀ ਇਹ ਟਾਰਗੇਟ ਅਚੀਵ ਕਰਨਾ ਨੈਕਸਟ 5 ਈਅਰ ਤੱਕ ਥੋੜਾ ਜਿਹਾ ਮੁਸ਼ਕਿਲ ਮੈਨੂੰ ਵੀ ਲੱਗਦਾ ਪਿਆ, ਕਿਉਂਕਿ 2 ਔਰ ਚੀਜ਼ਾਂ ਹੈਗੀਆਂ। ਇੱਕ ਤੇ ਕੰਸਟਰਕਸ਼ਨ ਦਾ ਜਿਹੜਾ ਪ੍ਰੋਸੈਸ ਹੈਗਾ ਉਹ ਸ਼ਾਰਟ ਪ੍ਰੋਸੈਸ ਨਹੀਂ ਹੈਗਾ, ਉਹਦੇ ਵਿੱਚ ਤੁਹਾਨੂੰ 3-4 ਸਾਲ ਲੱਗਦੇ ਨੇ ਨਾਰਮਲ, ਅਗਰ ਇੱਕ ਕਮਿਊਨਿਟੀ ਵੱਡੀ ਬਣਾਉਣੀ ਹੋਏ ਤੇ ਦੂਜੀ ਔਰ ਗੱਲ ਹੈਗੀ ਹੈ ਕਿ ਨਵੇਂ ਜਿਹੜੇ ਇਮੀਗ੍ਰੈਂਟਸ ਆਉਂਦੇ ਪਏ ਨੇ, ਸਭ ਨੂੰ
ਰਹਿਣ ਲਈ ਘਰ ਤੇ ਚਾਹੀਦਾ ਹੀ ਹੈਗਾ ਤੇ ਉਹ ਉਹਨਾਂ ਦੀ ਡਿਮਾਂਡ ਪੂਰੀ ਕਰਨ ਵਾਸਤੇ ਵੀ ਹੁਣੇ ਵੀ ਮੈਨੂੰ ਲੱਗਦਾ ਹੈ ਕਿ ਇਨਵੈਂਟਰੀ ਹੁਣੇ ਸ਼ਾਰਟੇਜ ਹੈਗੀ ਆ ਨਵੇਂ ਕਾਰਾਂ ਦੀ ਵੀ ਜਿੱਦਾਂ ਪ੍ਰੋਜੈਕਟਸ ਨਵੇਂ ਵੀ ਬੰਦੇ ਪਏ ਨੇ ਉਹਨਾਂ ਨੂੰ ਡੈਫੀਨਿਟਲੀ ਥੋੜਾ ਜਿਹਾ ਪ੍ਰੋਜੈਕਸ਼ਨਸ ਜਿਹੜਾ ਹੈਗਾ ਔਰ ਟਾਈਟ ਕਰਨਾ ਪਏਗਾ ਕਿ ਵੀ ਡਿਵੈਲਪਮੈਂਟ ਥੋੜੀ ਛੇਤੀ ਨਾਲ ਜ਼ਿਆਦਾ ਹੋਏ ਤੇ ਨਵੇਂ ਇਮੀਗ੍ਰੈਂਟਸ ਨੂੰ ਥੋੜੇ ਜਿਹਾ ਬੈਟਰ ਪ੍ਰੋਸਪੈਕਟਿਵ ਮਿਲਣ। ਨਵੇਂ ਇਮੀਗ੍ਰੈਂਟਸ ਤੇ ਮੇਰੇ ਦਿਮਾਗ 'ਚ ਮੇਰੇ ਇੱਕ GTA ਨਿਊਜ਼ ਦਾ ਆਰਟੀਕਲ ਆਇਆ ਜਿਹਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜਿਹੜੀ ਹਾਊਸਿੰਗ ਦੀ ਵਾਲ ਆ ਸਿਰਫ ਉਹਨਾਂ ਲੋਕਾਂ ਦੇ ਵਿੱਚ ਹੀ ਆਪਸ ਦੇ ਹੱਥਾਂ ਦੇ ਵਿੱਚ ਖੇਡੀ ਜਾ ਰਹੀ ਹੈ ਜਿਨ੍ਹਾਂ ਕੋਲ ਆਲਰੇਡੀ ਹੈਗੀ ਇਸ ਮਾਰਕੀਟ ਦੇ ਵਿੱਚ। ਜਿਹੜੇ ਨਵੇਂ ਵਿੱਚ ਇਸ ਮਾਰਕੀਟ 'ਚ ਆਉਣਾ ਚਾਹੁੰਦੇ ਉਹਨਾਂ ਨੂੰ ਤਾਂ ਇਸ ਵਿੱਚ ਮੌਕਾ ਹੀ ਨਹੀਂ ਮਿਲਦਾ ਐਂਡ ਮੈਜੋਰਿਟੀ ਆਫ ਦਾ ਕੈਨੇਡੀਅਨਸ ਆਰ ਸੇਇੰਗ ਕਿ ਉਹ ਤਾਂ ਐਕਸਪੈਕਟ ਹੀ ਨਹੀਂ ਕਰ ਸਕਦੇ ਕਿ ਅਗਲੇ 10 ਸਾਲਾਂ 'ਚ ਵੀ ਘਰ ਲਿਆ ਜਾ ਸਕਦਾ ਹੈ। ਦੇਖੋ ਜੀ ਇਹ ਗੱਲ ਬਿਲਕੁਲ ਸਹੀ ਹੈ ਤਰਨ ਜੀ। ਮੈਂ ਖਾਸ ਕਰਕੇ GTA ਬਾਰੇ ਮਤਲਬ ਬੜੀ ਵਾਰੇ ਗੱਲ ਕਰ ਚੁੱਕੇ ਹਾਂ ਕਿ ਜੋ GTA ਦੇ ਮੈਨੂੰ ਹਾਲਾਤ ਨਜ਼ਰ ਆ ਰਹੇ ਆ ਜੀ। GTA ਜਿਵੇਂ ਕਹ ਲਓ ਕਿ GTA ਦੀ ਜਿਹੜੀ ਮੇਨ ਕੋਰ ਆ ਇਹਦੇ ਚ ਘਰ ਲੈਣਾ ਕੋਈ ਹੁਣ ਸੌਖਾ ਕੰਮ ਅੱਜ ਵੀ ਨਹੀਂ ਹੈ ਤੇ ਆਉਣ ਵਾਲੇ ਟਾਈਮ ਕੋਈ ਸੌਖਾ ਨਹੀਂ ਹੋਏਗਾ। ਹੁਣ ਇਹਦੇ ਵਿੱਚ ਜਿਵੇਂ ਕਹ ਲਓ ਕਿ ਮੈਨੂੰ ਲੱਗ ਰਿਹਾ ਕਿ ਜਿਹੜੀਆਂ ਆਊਟਰ ਵਾਲੀਆਂ ਲੋਕੇਸ਼ਨਸ ਨੇ ਬਹੁਤ ਦੂਰ ਵਾਲੀਆਂ ਤਾਂ ਭਾਵੇਂ ਨਹੀਂ ਪਰ ਜਿਵੇਂ 10 20 30 40 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜੀਆਂ ਲੋਕੇਸ਼ਨਸ ਨੇ ਇਹਨਾਂ ਲੋਕੇਸ਼ਨਸ ਦੇ ਵਿੱਚ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਐਕਟੀਵਿਟੀ ਹੋਏਗੀ ਕਿਉਂਕਿ GTA ਦੇ ਵਿੱਚ ਘਰ ਨਹੀਂ ਲੈ ਸਕਦੇਗੇ। ਹੁਣ ਅੱਜ ਦੀ ਵੀ ਆਪਾਂ ਜੇ ਗੱਲ ਕਰੀਏ ਤਾਂ ਜੀ ਜੋ ਮਰਜ਼ੀ ਹਾਲਾਤ ਨੇ ਮੈਂ ਬੜੀ ਵਾਰੇ ਗੱਲ ਕਰ ਚੁੱਕਿਆ ਅੱਜ ਵੀ ਆਪਾਂ ਬਰੈਂਪਟਨ ਦੇ ਵਿੱਚ ਗੱਲ ਕਰੀਏ ਹੁਣ ਜਦੋਂ ਕੋਈ ਫੈਮਿਲੀ ਆ ਸਟਾਰਟਰ ਹੋਮ ਕੀ ਉਹ ਟਾਊਨ ਹਾਊਸ ਆ ਜੀ ਜੋ ਟਾਊਨ ਹਾਊਸ ਆ ਅੱਜ ਦੀ ਡੇਟ ਦੇ ਵਿੱਚ ਵੀ ਤੁਹਾਨੂੰ ਕੋਈ ਵੀ ਟਾਊਨ ਹਾਊਸ ਜਿਹੜਾ ਫ੍ਰੀ ਹੋਲਡ ਆ ਜੀ ਉਹ ਬਰੈਂਪਟਨ ਦੇ ਵਿੱਚ ਜਾਂ ਮਿਸੀਸਾਗਾ ਦੇ ਵਿੱਚ ਜਾਂ ਮਿਲਟਨ ਦੇ ਵਿੱਚ ਜਾਂ ਓਕਵਿਲ ਦੇ ਵਿੱਚ ਤੁਹਾਨੂੰ 8.5 ਲੱਖ ਤੋਂ ਥੱਲੇ ਕੁਝ ਨਹੀਂ ਮਿਲਦਾ। ਠੀਕ ਹੈ ਜੀ। ਹੁਣ 8-60 ਲੱਖ ਵੀ ਤੁਸੀਂ ਇੱਕ ਬੈਂਚਮਾਰਕ ਲਾ ਲਓ ਹੁਣ ਉਹ ਫੈਮਿਲੀ ਦੇ ਕੋਲ 20% ਡਾਊਨ ਪੇਮੈਂਟ ਵੀ ਲਾ ਲਓ ਤੁਸੀਂ ਠੀਕ ਹੈ ਜੀ ਕਿ ਉਹਨਾਂ ਦੇ ਕੋਲ 20% ਡਾਊਨ ਪੇਮੈਂਟ ਵੀ ਆ 7 ਲੱਖ ਦੀ ਉਹਨਾਂ ਨੇ ਮੌਰਗੇਜ ਲੈਣੀ ਹੈ ਨਾ ਜੀ 7 ਲੱਖ ਦੀ ਜਿਹੜੀ ਮੌਰਗੇਜ ਲੈਣੀ ਹੈ ਜੀ ਉਹਨੂੰ ਕੁਆਲੀਫਾਈ ਕਰਨ ਵਾਸਤੇ ਤੇ ਉਸ ਘਰ ਨੂੰ ਅਫੋਰਡ ਕਰਨ ਵਾਸਤੇ ਅੱਜ ਦੀ ਡੇਟ ਦੇ ਵਿੱਚ ਵੀ ਜਿਹੜੀ ਫੈਮਿਲੀ ਦੀ ਇਨਕਮ ਆ ਜੀ ਉਹ ਘੱਟੋ ਘੱਟ 1.5 ਲੱਖ ਦੇ ਕਰੀਬ ਜ਼ਰੂਰ ਚਾਹੀਦੀ ਹੈ ਜੀ। ਔਰ ਆਪਾਂ ਹੁਣ ਆਪਣੇ ਆਲੇ ਦੁਆਲੇ ਨਜ਼ਰ ਮਾਰ ਕੇ ਦੇਖ ਲਈਏ ਕਿ ਕਿੰਨੀਆਂ ਫੈਮਿਲੀ ਜਿਹੜੀਆਂ ਨੇ $1.5 ਲੱਖ ਸਾਲ ਦਾ ਘਰੇ ਲੈ ਕੇ ਆ ਰਹੀਆਂ ਨੇ ਜੀ। ਰੁਚੀ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਨਹੀਂ ਡੈਫੀਨਿਟਲੀ ਮੈਂ 100% ਐਗਰੀ ਕਰਾਂਗੀ ਪ੍ਰਵੀਨ ਜੀ ਦੇ ਨਾਲ ਤੇ ਦੂਜੀ ਚੀਜ਼ ਜਿਹੜੀ ਇੱਕ ਔਰ ਹੈਗੀ ਹੈ ਜਿਹੜਾ ਗਵਰਨਮੈਂਟ ਨੇ ਵੀ ਮੈਜਰ ਲਿੱਤੇ ਨੇ ਵੇਕੈਂਟ ਹੋਮ ਜਿੱਦਾਂ ਟੈਕਸ ਲੈ ਕੇ ਆਏ ਨੇ ਇਸ ਸਾਲ ਤੋਂ ਅਗਰ ਤੁਹਾਨੂੰ ਵੀ ਪਤਾ ਹੈਗਾ ਕਿ ਬਈ ਵੇਕੈਂਟ ਹੋਮ ਟੈਕਸ ਆਂਦਾ ਪਿਆ ਕਿ ਵੀ ਅਗਰ ਤੁਹਾਡਾ ਘਰ 3 ਸਾਲ ਤੱਕ ਮਾਰਕੀਟ ਵੇਕੈਂਟ ਹੈਗਾ ਤੇ ਉਹਦੇ ਬਾਰੇ ਚ ਤੁਸੀਂ ਫਿਰ ਟੈਕਸ ਪੇ ਕਰੋਗੇ which will be about 1% ਦਾ ਟੈਕਸ ਹੋਏਗਾ। ਤੇ ਪਹਿਲੇ ਵੀ ਜਿੱਦਾਂ ਇੱਕ ਦੋ ਔਰ ਮੈਜਰਸ ਆਏ ਸੀ ਜਿਹੜੇ ਗਵਰਨਮੈਂਟ ਲੈ ਕੇ ਆਈ ਸੀ ਜਿਹੜਾ ਸੀ ਫੋਰਨ ਬਾਇਰ ਦਾ ਟੈਕਸ ਤੇ ਇਹ ਥੋੜੇ ਜਿਹੇ ਮੈਜਰਸ ਜਿਹੜੇ ਆਂਦੇ ਪਏ ਨੇ ਉਹ ਡੈਫੀਨਿਟਲੀ ਫਰਸਟ ਟਾਈਮ ਹੋਮ ਬਾਇਰਸ ਵਾਸਤੇ ਤੇ ਬੈਨੀਫਿਟ ਕਰਨਗੇ ਉਹਨਾਂ ਨੂੰ ਥੋੜਾ ਜਿਹਾ ਕੌਨਫੀਡੈਂਸ ਦੇਣਗੇ ਮਾਰਕੀਟ 'ਚ ਆਉਣ ਲਈ। ਬਟ ਹੁਣੇ ਵੀ ਜਿਹੜਾ ਹੈਗਾ ਹੈ ਸਾਡੇ ਮਾਰਕੀਟ 'ਚ ਜਿਹੜੀ ਇਨਵੈਂਟਰੀ ਹੈਗੀ ਹੈ ਉਹ ਕਾਫੀ ਸਟਰੋਂਗ ਪਲੇ ਕਰਦੀ ਪਈ ਹੈ ਕਿ ਬਈ ਕਿੱਦਾਂ ਅਗਲੇ 2024 ਦੀ ਮਾਰਕੀਟ ਜਾਊਗੀ। ਸਰ ਮੈਂ ਇਸ ਵਾਰੀ ਪ੍ਰੋਗਰਾਮ 'ਚ ਫਸਟ ਟਾਈਮ ਤੁਹਾਡੇ ਤੋਂ ਸੁਣਿਆ ਕਿ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਉਹ ਇਸ ਵਕਤ ਜਿਹੜਾ ਆਪਣੀ ਪ੍ਰਾਪਰਟੀਆਂ ਨੂੰ ਹੋਲਡ ਕਰਨ ਦੇ ਇਛੁਕ ਨਹੀਂ ਹੈਗੇ। ਸੋ ਜੇ ਵਿੱਚ ਲਾਸਟ ਟਾਈਮ ਮੈਂ ਤੁਹਾਨੂੰ ਪੁੱਛਿਆ ਸੀ ਕਿ ਜਿਹੜੇ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਵਾਈਸ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਉਹਨਾਂ ਲਈ ਇੱਕ ਬੈਟਰ ਆਪਸ਼ਨ ਆ ਇੱਕਦਮ ਹਫਤੇ ਦੇ ਵਿੱਚ ਮਾਰਕੀਟ ਦੀ ਸਿਚੁਏਸ਼ਨ ਇੰਨੀ ਕਿਵੇਂ ਕਿ ਚੇਂਜ ਹੋ ਗਈ ਜਦ ਕਿ ਆਪਾਂ ਕਹਿੰਦੇ ਆ ਕਿ ਇੰਟਰਸਟ ਰੇਟ ਤਾਂ ਇਸ ਵਕਤ ਹੋਲਡ ਕਰ ਲਿਆ ਗਿਆ। ਮੈਂ ਦੱਸਦਾ ਜੀ ਉਹਦੇ ਚ ਕਿਹੜੇ ਇਨਵੈਸਟਰਸ ਨੇ ਜਿਨ੍ਹਾਂ ਨੂੰ ਇਸ ਟਾਈਮ ਪ੍ਰਾਪਰਟੀਜ਼ ਨੂੰ ਆਪਣੇ ਹੋਲਡ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਆ। ਪ੍ਰੋਬਲਮ ਜਿਹੜੀ ਆ ਰਹੀ ਆ ਤਰਨ ਜੀ ਮਾਰਕੀਟ ਦੇ ਵਿੱਚ ਬਹੁਤ ਇਹੋ ਜਿਹੇ ਇਨਵੈਸਟਰ ਰਹੇ ਆ ਪਿਛਲੇ ਟਾਈਮ ਦੇ ਵਿੱਚ ਜਿਹੜੇ ਕਿ ਰੀਅਲ ਇਨਵੈਸਟਰਸ ਨਹੀਂ ਸੀਗੇ। ਰੀਅਲ ਇਨਵੈਸਟਰ ਅਸੀਂ ਕਿਹਨੂੰ ਮੰਨਦੇ ਆ ਕਿ ਜਿਹੜਾ ਬੰਦਾ ਇੱਕ ਪ੍ਰਾਪਰਟੀ ਨੂੰ ਬਾਏ ਕਰਨ ਲਈ ਆਪਣੀ ਪਰਸਨਲ ਸੇਵਿੰਗਸ ਦੀ ਡਾਊਨ ਪੇਮੈਂਟ ਉਹਦੇ ਕੋਲ ਹੋਵੇ ਜੀ ਔਰ ਜਿਹੜੇ ਬੰਦੇ ਕੋਲ ਮਾਰਕੀਟ ਦੀ ਕਿਸੇ ਵੀ ਚੇਂਜ ਦੇ ਵਿੱਚ ਪ੍ਰਾਪਰਟੀ ਨੂੰ 2-4 ਸਾਲ ਹੋਲਡ ਕਰਨ ਦੀ ਕੈਪੈਸਿਟੀ ਹੋਵੇ। ਠੀਕ ਹੈ ਜੀ ਉਹ ਬੰਦੇ ਰੀਅਲ ਇਨਵੈਸਟਰਸ ਨੇ। ਪਿਛਲੇ ਟਾਈਮ ਦੇ ਵਿੱਚ ਕੀ ਹੋਇਆ ਤਰਨ ਜੀ ਕਿ ਬਹੁਤ ਸਾਰੇ ਆਪਣੇ ਬੰਦਿਆਂ ਨੇ ਜੀ ਉਹ ਜਿਹੜੀਆਂ ਪ੍ਰਾਪਰਟੀਆਂ ਬਾਏ ਕੀਤੀਆਂ ਉਹਨਾਂ ਦੀਆਂ ਜਿਹੜੀਆਂ ਡਾਊਨ ਪੇਮੈਂਟ ਵੀ ਦਿੱਤੀਆਂ ਗਈਆਂ ਡਿਪੋਜ਼ਿਟਸ ਜਿਹੜੇ ਦਿੱਤੇ ਗਏ ਉਹ ਵੀ ਉਹਨਾਂ ਦੀਆਂ ਆਪਦੀਆਂ ਸੇਵਿੰਗਸ ਤੋਂ ਨਹੀਂ ਸੀਗੇ ਉਹਨਾਂ ਨੇ ਉਹ ਵੀ ਲੋਨਸ ਲੈ ਕੇ ਦਿੱਤੇ ਹੋਏ ਸੀਗੇ ਜੀ। ਹੁਣ ਤੁਸੀਂ ਇੱਕ ਚੀਜ਼ ਦੇਖੋ ਜਦੋਂ ਤੁਹਾਡੇ ਕੋਲ ਡਾਊਨ ਪੇਮੈਂਟ ਵੀ ਆਪਦੀ ਨਹੀਂ ਸੀਗੀ ਠੀਕ ਹੈ ਜੀ ਔਨ ਦਾ ਟੌਪ ਆਫ ਦੈਟ ਤੁਸੀਂ ਉਹ ਜਿਹੜੀ ਪ੍ਰਾਪਰਟੀ ਬਾਏ ਕੀਤੀ ਉਹਦਾ ਇੰਟਰਸਟ ਰੇਟ ਵੀ ਹੁਣ ਇੰਨਾ ਜ਼ਿਆਦਾ ਵੱਧ ਗਿਆ ਫਿਰ ਤੁਸੀਂ ਉਹਦੇ ਤੇ ਇੱਕ ਤਾਂ ਜਿਹੜੀ ਉਹਦੀ ਮੌਰਗੇਜ ਦੀ ਪੇਮੈਂਟ ਆ ਮੌਰਗੇਜ ਦੀ ਪੇਮੈਂਟ ਪੇ ਕਰ ਰਹੇ ਹੋ ਉਹਦੇ ਨਾਲ ਤੁਸੀਂ ਜਿਹੜਾ ਤੁਸੀਂ ਡਾਊਨ ਪੇਮੈਂਟ ਦਾ ਡਿਪੋਜ਼ਿਟਸ ਵਗੈਰਾ ਲਿਆ ਉਹਦੀਆਂ ਵੀ ਪੇਮੈਂਟਸ ਕਰ ਰਹੇ ਹੋ ਉਹ ਦੋਨਾਂ ਦੀਆਂ ਪੇਮੈਂਟਸ ਇੰਨੀਆਂ ਜ਼ਿਆਦਾ ਵੱਧ ਰਹੀਆਂ ਨੇ ਤੁਹਾਡੀਆਂ ਕਿਉਂਕਿ ਪੇਮੈਂਟ ਉਧਰ ਵੀ ਵਧ ਰਹੀ ਹੈ ਪੇਮੈਂਟ ਇੱਧਰ ਵੀ ਵਧ ਰਹੀ ਹੈ ਤੁਹਾਡੀ ਉਹ ਦੋਨੇ ਪਾਸੇ ਪੇਮੈਂਟ ਵਧ ਰਹੀਆਂ ਨੇ ਔਰ ਜਿੱਥੇ ਕਿਤੇ ਸਰਕਾਰ ਦਾ ਮੌਕਾ ਲੱਗਦਾ ਉੱਥੇ ਪ੍ਰਾਪਰਟੀ ਟੈਕਸ ਵੀ ਵਧ ਰਿਹਾ ਠੀਕ ਹੈ ਔਰ ਜਿਹੜੀਆਂ ਯੂਟਿਲਿਟੀ ਕੰਪਨੀਆਂ ਨੇ ਉਹਨਾਂ ਦਾ ਰੇਟ ਵੀ ਥੱਲੇ ਨਹੀਂ ਆ ਰਿਹਾ ਉਹਨਾਂ ਦਾ ਰੇਟ ਵੀ ਉੱਪਰ ਜਾ ਰਿਹਾ ਇੰਸ਼ੋਰੈਂਸ ਵੀ ਉੱਪਰ ਜਾ ਰਹੀ ਹੈ ਮਤਲਬ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈ ਕਿ ਜਿਹੜੀ ਥੱਲੇ ਆਈ ਹੈ ਨੋ ਡਾਊਟ ਰੈਂਟ ਜਿਹੜਾ ਵਾ
ਰੈਂਟ ਹੁਣ ਤੁਸੀਂ ਉੱਥੇ ਹੀ ਵਧਾਓਗੇ ਜਿੱਥੇ ਤੁਸੀਂ ਨਵਾਂ ਕੋਈ ਟੈਨੈਂਟ ਲੈ ਕੇ ਆਓਗੇ। ਹੁਣ ਜਿਹੜਾ ਕੋਈ ਟੈਨੈਂਟ ਤੁਹਾਡੀ ਪ੍ਰਾਪਰਟੀ 'ਚ ਪਿਛਲੇ 2 ਸਾਲ ਤੋਂ ਬੈਠਾ ਤਾਂ ਉਹਦਾ ਜਿਹੜਾ ਰੈਂਟ ਆ ਉਹ ਉਹੀ ਰੈਂਟ ਚੱਲ ਰਿਹਾ ਜਿਹੜਾ ਉਹ ਉਸ ਟਾਈਮ ਦਾ ਸੀਗਾ। ਸੋ ਉਹ ਜਿਹੜਾ ਰੈਂਟ ਦਾ ਤੇ ਉਹਨਾਂ ਦਾ ਇਸ ਟਾਈਮ ਜਿਹੜੀ ਪੇਮੈਂਟ ਉਹਨਾਂ ਨੇ ਕਰਨੀ ਆ ਉਹਦੇ ਵਿੱਚ ਕਾਫੀ ਵੱਡਾ ਡਿਫਰੈਂਸ ਆ। ਇੱਕ ਤਾਂ ਇਹ ਕਾਰਨ ਰਿਹਾ ਜੀ। ਦੂਜਾ ਕਾਰਨ ਇਹ ਰਿਹਾ ਕਿ ਕਈ ਬੰਦਿਆਂ ਨੇ ਪਿਛਲੇ ਸਾਲ 1.5 ਸਾਲ ਦੇ ਵਿੱਚ ਇਦਾਂ ਪ੍ਰਾਪਰਟੀਆਂ ਬਾਈ ਕੀਤੀਆਂ ਨੇ ਜਿਹੜੀਆਂ ਕਿ ਉਸ ਟਾਈਮ ਮਾਰਕੀਟ ਦੇ ਵਿੱਚ ਕਾਫੀ ਹਾਈ ਪ੍ਰਾਈਸ ਤੇ ਵਿਕੀਆਂ ਨੇ। ਪਰ ਹੁਣ ਜਿਹੜੀਆਂ ਉਹ ਪ੍ਰਾਪਰਟੀਆਂ ਹਾਈ ਪ੍ਰਾਈਸ ਤੇ ਵਿਕੀਆਂ ਨੇ, ਚਲੋ ਮੈਂ ਇੱਥੇ ਇੱਕ ਬਿਲਡਰ ਦਾ ਨਾਮ ਨਹੀਂ ਲੈਣਾ ਚਾਹਾਂਗਾ, ਬਰੈਂਪਟਨ ਦੇ ਵਿੱਚ ਇੱਕ ਬਿਲਡਰ ਆ ਜੀ ਜਿਨ੍ਹਾਂ ਨੇ 21 ਲੱਖ ਦਾ ਘਰ ਵੇਚਿਆ ਹੋਇਆ ਜੀ। ਹਜੇ ਉਹ ਘਰਾਂ ਦੀ ਕਲੋਜ਼ਿੰਗ ਨਹੀਂ ਹੋਈ, ਅੱਜ ਉਹਨਾਂ ਦੀ ਅਪਰੇਜ਼ਲ 17 ਲੱਖ ਦੀ ਆ ਰਹੀ ਹੈ ਜੀ। ਹੁਣ 4 ਲੱਖ ਦਾ ਡਿਫਰੈਂਸ ਹੋ ਗਿਆ ਜੀ। ਬੈਂਕ ਨੇ 17 ਲੱਖ ਤੇ ਪੈਸੇ ਦੇਣੇ ਆ। ਉਹ ਜਿਹੜਾ 4 ਲੱਖ ਦਾ ਡਿਫਰੈਂਸ ਆ ਉਹ ਜੇ ਕਿਸੇ ਬੰਦੇ ਕੋਲ ਫੰਡਸ ਹੈਗੇ ਆ ਤਾਂ ਠੀਕ ਹੈ, ਜੇ ਕਿਸੇ ਮਾਤੜ ਕੋਲ ਫੰਡਸ ਨਹੀਂ ਹੈਗੇਗੇ ਉਹ 4 ਲੱਖ ਵੀ ਉਹਨੇ ਲੋਨ ਤੇ ਚੱਕਣਾ ਜੀ। ਪਹਿਲਾਂ ਤਾਂ ਉਹਨੇ 17 ਲੱਖ ਦਾ ਜਿਹੜਾ ਲੋਨ ਆ ਉਹਦੀਆਂ ਪੇਮੈਂਟਾਂ ਦੇਣੀਆਂ, ਫਿਰ ਉਹਨੇ 4 ਲੱਖ ਵਾਲਾ ਜਿਹੜਾ ਲੋਨ ਚੱਕਣਾ ਉਹਦਾ ਰੇਟ ਆਫ ਇੰਟਰਸਟ ਇਹਦੇ ਨਾਲੋਂ ਵੀ ਕਿਤੇ ਜ਼ਿਆਦਾ ਮਿਲਣਾ ਉਹਨੂੰ, ਠੀਕ ਹੈ। ਫਿਰ ਉਹਨੇ ਉਹਦੀਆਂ ਵੀ ਪੇਮੈਂਟਸ ਦੇਣੀਆਂ ਨੇ। ਔਰ ਜੇ ਉਹ ਹੁਣ ਇਹੋ ਜਿਹੀ ਕਿਸੇ ਸਥਿਤੀ ਦੇ ਵਿੱਚ ਉਹਨਾਂ ਨੇ ਪ੍ਰਾਪਰਟੀਆਂ ਬਾਈ ਕੀਤੀਆਂ ਹੋਈਆਂ ਨੇ, ਉਹਨਾਂ ਨੂੰ ਇਸ ਟਾਈਮ ਇਨਵੈਸਟਮੈਂਟਸ ਹੋਲਡ ਕਰਨੀਆਂ ਬਹੁਤ ਔਖੀਆਂ ਹੋ ਰਹੀਆਂ ਨੇ। ਸਮਾਰਟ ਇਨਵੈਸਟਰ ਕਿਹੜੇ ਆ? ਉਹ ਜਾਂ ਅਸੀਂ ਜਿਨ੍ਹਾਂ ਨੂੰ ਸੀਜ਼ਨਡ ਇਨਵੈਸਟਰ ਕਹਿ ਦਿੰਦੇ ਆ, ਉਹ ਅੱਜ ਮਾਰਕੀਟ 'ਚ ਬਾਏ ਕਰ ਰਹੇ ਨੇ ਜੀ, ਕਿਉਂਕਿ ਉਹਨਾਂ ਨੇ ਉਸ ਮਾਰਕੀਟ 'ਚੋਂ ਪ੍ਰਾਪਰਟੀਆਂ ਨਹੀਂ ਬਾਏ ਕੀਤੀਆਂ। ਉਹਨਾਂ ਇਨਵੈਸਟਰਸ ਨੇ ਉਹ ਕੀ ਸੀਗੇ ਜਿਹੜੇ ਉਸ ਟਾਈਮ ਦੇ ਵਿੱਚ ਬੰਦੇ ਉਹ ਵਿਚਾਰੇ ਫਸੇ ਆ, ਉਹਨਾਂ 'ਚ ਮੈਜੋਰਟੀ ਆਫ ਜਿਹੜੇ ਬੰਦੇ ਸੀ ਉਹ ਵਿਚਾਰੇ ਜਿਹਨੂੰ ਕਹ ਲਓ ਕਿ ਨਵੇਂ ਇਨਵੈਸਟਰ ਬਣੇ ਸੀ, ਉਹ ਫਸੇ ਨਹੀਂ ਬੰਦੇ ਉਹ। ਪਰ ਜਿਹੜੇ ਸੀਜ਼ਨ ਇਨਵੈਸਟਰ ਸੀ ਉਹਨਾਂ ਨੇ ਉਦੋਂ ਵੀ ਨਹੀਂ ਕੋਈ ਪ੍ਰੋਬਲਮ ਚਾਹੇ ਕਿ ਅੱਜ ਹੁਣ ਉਹਨਾਂ ਨੂੰ ਮੌਕਾ, ਅੱਜ ਹੁਣ ਤੁਹਾਨੂੰ ਮੈਂ ਦੱਸਦਾ ਜੀ, ਅੱਜ ਜਿੱਦਾਂ ਹੁਣ ਪ੍ਰਾਪਰਟੀਆਂ ਕਈ ਅਸੀਂ ਲਗਾਉਂਦੇ ਆ ਜੀ, ਉਹ ਬੰਦੇ ਆ ਜੀ ਉਹ ਅੱਜ ਦੀ ਡੇਟ 'ਚ ਵੀ ਸਾਨੂੰ ਆ ਕੇ ਗੱਲ ਕਹਿੰਦੇ ਕਿ ਸਾਡੇ ਤੋਂ ਫਰਮ ਆਫਰ ਲੈ ਲਓ, ਅਸੀਂ ਵਿਦਆਊਟ ਮੌਰਗੇਜ ਤੋਂ ਪ੍ਰਾਪਰਟੀ 15 ਦਿਨਾਂ 'ਚ ਕਲੋਜ਼ ਕਰਾ ਲਾਂਗੇ। ਉਹ ਸੀਜ਼ਨਡ ਇਨਵੈਸਟਰ ਨੇ ਜੀ, ਮਤਲਬ ਦੇ ਹੈਵ देयर ਓਨ ਫੰਡਸ, ਉਹਨਾਂ ਕੋਲ ਆਪਦੇ ਫੰਡਸ ਨੇ ਪ੍ਰਾਪਰਟੀਆਂ ਨੂੰ ਬਾਏ ਕਰਨ ਵਾਸਤੇ। ਰੈਂਟਲ ਮਾਰਕੀਟ ਦੇ ਵਿੱਚ ਨਾ ਮੈਂ ਇੱਕ ਡਾਟਾ ਵੇਖਦੀ ਪਈ ਸੀ ਜਿਹ 'ਚ ਯੂਐਸ ਦਾ ਰੈਂਟਲ ਮਾਰਕੀਟ ਤੇ ਕੈਨੇਡਾ ਦੀ ਖਾਸ ਤੌਰ ਤੇ ਜੀਟੀਏ ਦੀ ਰੈਂਟਲ ਮਾਰਕੀਟ ਕੰਪੇਅਰ ਕੀਤੀ ਹੋਈ ਸੀ ਕਿ ਯੂਐਸ ਦੇ ਵਿੱਚ ਅਗਸਤ ਦੇ ਮੁਕਾਬਲੇ ਹੁਣ ਜਿਹੜੇ ਰੈਂਟਰਸ ਨੇ 3.5% ਰੈਂਟ ਘੱਟ ਪੇ ਕਰ ਰਹੇ ਨੇ, ਜਦਕਿ ਇੱਥੇ ਜੀਟੀਏ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਦੇ ਮੁਕਾਬਲੇ 20% ਜ਼ਿਆਦਾ ਇੰਟਰਸਟ ਰੈਂਟ ਪੇ ਕਰ ਰਹੇ ਸੀ। ਬਿਲਕੁਲ ਜੀ। ਸੋ ਰੈਂਟਲ ਮਾਰਕੀਟ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਜਿਹੜੀ ਦੇਖੋ ਜੀ ਸਟਰੋਂਗ ਰੈਂਟਲ ਮਾਰਕੀਟ ਆ, ਸਟਰੋਂਗ ਰੈਂਟਲ ਮਾਰਕੀਟ ਤਾਂ ਯੂਐਸ ਦੀ ਆ, ਇਹਦੇ 'ਚ ਕੋਈ ਦੋ ਰਾਏ ਵਾਲੀ ਗੱਲ ਨਹੀਂ। ਔਰ ਯੂਐਸ ਦੀ ਜਿਹੜੀ ਮਾਰਕੀਟ ਆ ਉਹਦੇ 'ਚ ਇੱਕ ਵਧੀਆ ਪਾਰਟ ਇਹ ਆ ਕਿ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ ਕਿ ਉੱਥੇ ਜਿਹੜਾ ਕੈਸ਼ ਫਲੋ ਆ ਉਹ ਕਾਫੀ ਸਟਰੋਂਗ ਆ ਇੱਥੋਂ ਦੇ ਨਾਲੋਂ। ਇੱਥੇ ਕੀ ਹੈ ਜੀਟੀਏ ਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਹੈ, ਜੀਟੀਏ ਦੇ ਵਿੱਚ ਉੱਪਰ ਥੱਲੇ ਪੀਕਸ ਨੇ, ਮਤਲਬ ਇੱਕ ਚੀਜ਼ ਉੱਤੇ ਚਲੀ ਗਈ ਇੱਕ ਥੱਲੇ ਆ ਗਈ। ਜਦੋਂ ਪ੍ਰਾਈਸ ਥੱਲੇ ਆਉਂਦੇ ਆ ਰੈਂਟ ਉੱਤੇ ਚਲੇ ਜਾਂਦਾ, ਜਦੋਂ ਪ੍ਰਾਈਸ ਉੱਤੇ ਜਾਂਦੇ ਆ ਰੈਂਟ ਥੱਲੇ ਆ ਜਾਂਦਾ ਜੀ। ਉਦੋਂ ਕੀ ਹੋ ਜਾਂਦਾ, ਜਦੋਂ ਪ੍ਰਾਈਸ ਉੱਤੇ ਜਾ ਰਹੇ ਹੁੰਦੇ ਆ ਹਰੇਕ ਬੰਦਾ, ਮਤਲਬ ਮੇਰੇ ਵਰਗਾ ਜਿਹਦੇ ਕੋਲ ਕੋਈ ਪੈਸਾ ਸੇਵਿੰਗ ਵੀ ਨਹੀਂ ਹੁੰਦੀ, ਉਹ ਇਨਵੈਸਟਰ ਬਣ ਜਾਂਦਾ ਵੀ ਹਾਂ ਜੀ ਰੁਚੀ ਨੇ ਪ੍ਰਾਪਰਟੀ ਲੈ ਲਈ, ਤਰਨ ਨੇ ਲੈ ਲਈ ਜੀ, ਮੈਂ ਵੀ ਹੁਣ ਫਟਾਫਟ ਸਵੇਰੇ ਬੁੱਕ ਕਰਾ ਦਿਆਂ ਘਰ, ਮਤਲਬ ਮੈਂ ਮਿੰਟ ਨਾ ਲਾਵਾਂ। ਮਤਲਬ ਕਈਆਂ ਦੇ ਤਾਂ ਮੈਂ ਐਗਰੀਮੈਂਟਸ ਦੇਖ ਕੇ ਹੁਣ ਤਰਨ ਜੀ ਹੈਰਾਨ ਹੋ ਜਾਂਦਾ ਵੀ ਆਈ ਡੋਂਟ ਅੰਡਰਸਟੈਂਡ ਕਿ ਉਦੋਂ ਇਹਨਾਂ ਨੇ ਕਿਹੜਾ ਹੋਮਵਰਕ ਕਰਕੇ ਇਹਨਾਂ ਨੇ ਉੱਥੇ ਪ੍ਰਾਪਰਟੀਆਂ ਬਾਏ ਕੀਤੀਆਂ ਜੀ। ਮਤਲਬ ਜਿਹੜੀ ਪ੍ਰਾਪਰਟੀ ਬਾਹਰ ਵਾਲੀਆਂ ਥਾਵਾਂ ਤੇ ਉਹਨਾਂ ਨੇ ਲੋਕੇਸ਼ਨਾਂ ਵੀ ਨਹੀਂ ਦੇਖੀਆਂ ਜੀ, ਉੱਥੇ ਜਾ ਕੇ ਵੀ ਉਹਨਾਂ ਨੇ ਪ੍ਰਾਪਰਟੀਜ਼ ਬਾਏ ਕੀਤੀਆਂ ਨੇ। ਉਹਨਾਂ ਨੂੰ ਜਿਵੇਂ ਆਪਾਂ ਕਹਿ ਸਕਦੇ ਹਾਂ, ਮੈਂ ਇਹ ਨਹੀਂ ਕਹਿੰਦਾਗਾ ਵੀ ਚਲੋ ਹਰ ਆਦਮੀ ਦੀ ਇੱਛਾ ਹੁੰਦੀ ਹੈ ਕਿ ਮੈਂ ਇਨਵੈਸਟਮੈਂਟ ਕਰਾਂ, ਬਟ ਉਹਨਾਂ ਨੇ ਜਿਵੇਂ ਕਹਿ ਲਓ ਕਿ ਵਿਦਆਊਟ ਨੌਲੇਜ ਕਈ ਸਟੈਪਸ ਇਹੋ ਜਿਹੇ ਚੱਕੇ ਨੇ। ਉਹ ਅਨਫੋਰਚੂਨੇਟਲੀ ਜੇ ਮਾਰਕੀਟ ਨਾ ਖਰਾਬ ਹੁੰਦੀ ਤਾਂ ਸ਼ਾਇਦ ਉਹ ਨਿਕਲ ਵੀ ਜਾਂਦੇ। ਉਹ ਜਿਹੜਾ ਬੰਦਾ ਜਿਵੇਂ ਕਹ ਲਓ ਕਿ ਜਿਹੜਾ ਫਸ ਗਿਆ ਉਹ ਫਸ ਗਿਆ, ਜਿਹੜਾ ਨਿਕਲ ਗਿਆ, ਕਈ ਨਿਕਲ ਵੀ ਗਏ ਉਹਦੇ 'ਚ, ਕਈ ਪੈਸੇ ਬਣਾ ਵੀ ਗਏ, ਉਹ ਜਿਹੜੇ ਫਸ ਗਏ ਜੀ। ਉਹ ਹੁਣ ਇੱਥੇ ਜਿਹੜੀ ਰੈਂਟਲ ਮਾਰਕੀਟ ਆ ਜੀ, ਰੈਂਟਲ ਮਾਰਕੀਟ ਦਾ ਇੱਥੇ ਕੀ ਹੈ ਕਿ ਰੈਂਟਲ ਮਾਰਕੀਟ ਇੱਥੇ ਮਾਰਕੀਟ ਦੀ ਇਨਵੈਂਟਰੀ ਦੇ ਨਾਲ ਫਲਕਚੁਏਟ ਕਰਦੀ ਹੈ। ਯੂਐਸ ਦੇ ਵਿੱਚ ਕੀ ਹੈ ਕਿ ਇਹ ਰੈਂਟਲ ਮਾਰਕੀਟ ਉਹਦੀ ਇਨਵੈਂਟਰੀ ਦੇ ਨਾਲ ਫਲਕਚੁਏਟ ਨਹੀਂ ਕਰਦੀ। ਇੱਥੇ ਹੁਣ ਜਿਹੜਾ ਸਭ ਤੋਂ ਵੱਡਾ ਚੈਲੰਜ ਆ ਇਸ ਟਾਈਮ ਕੀ ਹੈ ਕਿ ਜਿਹੜੀ ਲੋ ਇਨਵੈਂਟਰੀ ਆ, ਲੋ ਇਨਵੈਂਟਰੀ ਹੋਣ ਕਰਕੇ ਕੋਈ ਨਵੀਂ ਸੇਲ ਨਹੀਂ ਹੋ ਰਹੀ, ਕੋਈ ਮਾਰਕੀਟ 'ਚ ਨਵਾਂ ਬੰਦਾ ਇਨਵੈਸਟਰ ਬਾਏ ਨਹੀਂ ਕਰ ਰਿਹਾ। ਜਿਹੜਾ ਹੁਣ ਇਸ ਟਾਈਮ ਟੈਨੈਂਟ ਬੈਠਾ ਜੀ, ਮੰਨ ਲਓ ਕਿਸੇ ਵੀ ਪ੍ਰਾਪਰਟੀ, ਜਦੋਂ ਮਾਰਕੀਟ 'ਚ ਫੀਅਰ ਆ, ਅੱਜ ਉਹ ਬਾਏ ਕਰਨ ਦੀ ਕੈਪੈਸਿਟੀ 'ਚ ਵੀ ਹੈਗਾ ਉਹ ਟੈਨੈਂਟ ਸਟੈਪ ਹੀ ਨਹੀਂ ਲੈ ਰਿਹਾ। ਜਦੋਂ ਟੈਨੈਂਟ ਸਟੈਪ ਨਹੀਂ ਲੈ ਰਿਹਾ ਉਹ ਪ੍ਰਾਪਰਟੀ ਖਾਲੀ ਨਹੀਂ ਹੋ ਰਹੀ ਜੀ। ਜਦੋਂ ਉਹ ਪ੍ਰਾਪਰਟੀ ਖਾਲੀ ਨਹੀਂ ਹੋਣੀ ਜੀ, ਮਾਰਕੀਟ 'ਚ ਰੈਂਟਲ ਦੀ ਇਨਵੈਂਟਰੀ ਨਹੀਂ ਅਵੇਲੇਬਲ ਹੋਣੀ ਜੀ। ਸੋ ਇਹ ਕਿੱਥੇ ਸਾਈਕਲ ਆ ਪੂਰੀ। ਉਹ ਜਦੋਂ ਵੀ ਸਾਈਕਲ ਦੇ ਵਿੱਚ ਕੋਈ ਚੀਜ਼ ਡਿਸਟਰਬ ਹੁੰਦੀ ਹੈ, ਇੱਕ ਉੱਪਰ ਜਾਂਦੀ ਹੈ, ਦੂਜੀ ਥੱਲੇ ਆ ਜਾਂਦੀ ਹੈ। ਜਦ ਕਿ ਇਹਦਾ ਜਿਹੜਾ ਸਹੀ ਸੋਲੂਸ਼ਨ ਸੀ ਸਰਕਾਰ ਕੋਲ, ਮੈਂ ਅੱਗੇ ਵੀ ਕਈ ਵਾਰ ਗੱਲ ਕਹਿ ਚੁੱਕਿਆ, ਇਹਦਾ ਸਹੀ ਸੋਲੂਸ਼ਨ ਇਨਵੈਂਟਰੀ ਵਧਾਉਣਾ ਹੀ ਹੈ ਜੀ। ਇਨਵੈਂਟਰੀ ਵਧਾਉਣਾ, ਗਵਾਂਢੀਆਂ ਤੋਂ ਹੀ ਕੋਈ ਮਤ ਲੈ ਲਓ ਪਛਤਾ। ਬਿਲਕੁਲ। ਐਕਟੀਵਿਟੀ ਦੀ ਗੱਲ ਕੀਤੀ ਜਾਵੇ, ਇਸ ਵਕਤ ਐਕਟੀਵਿਟੀ ਜ਼ਿਆਦਾਤਰ ਕਿਤੇ ਦੇਖਣ ਨੂੰ ਮਿਲ ਰਹੀ ਹੈ ਅੰਡਰ ਮਿਲੀਅਨ ਤੋਂ ਜੀ, ਅੰਡਰ ਮਿਲੀਅਨ। ਹਾਂਜੀ, ਅੰਡਰ ਮਿਲੀਅਨ। ਔਰ ਜਿਹੜੇ 15 ਲੱਖ ਤੋਂ ਉੱਪਰ ਜਾ ਕੇ ਘਰ ਨੇ ਜੀ, 15 ਲੱਖ ਤੋਂ ਉੱਪਰ ਜਾ ਕੇ ਘਰ, ਮਤਲਬ ਕੁਆਲੀਫਾਈਂਗ ਕਾਫੀ
ਮੁਸ਼ਕਲ ਹੋ ਜਾਂਦੀ ਆ ਆਮ ਫੈਮਿਲੀ ਦੀ ਇਨਕਮ ਦੇ ਹਿਸਾਬ ਨਾਲ 15 ਕੁ ਲੱਖ ਤੱਕ ਤਾਂ ਚਲੋ ਜਿਨ੍ਹਾਂ ਦਾ ਐਗਜ਼ਿਸਟਿੰਗ ਘਰ ਹੈਗਾ ਵੇਚ ਕੇ ਲੋਕੀ ਫਿਰ ਵੀ ਆ ਜਾਂਦੇ ਆ 15 ਤੋਂ ਉੱਪਰ ਫਿਰ ਜਿਹੜੀ ਪਰਸੈਂਟੇਜ ਆ ਉਹ ਕਾਫੀ ਘਟ ਜਾਂਦੀ ਹੈ ਜਿਹੜਾ ਇਸ ਵਕਤ ਫੇਅਰ ਫੈਕਟਰ ਇਸ ਵਕਤ ਰੀਅਲ ਏਸਟੇਟ ਮਾਰਕੀਟ 'ਚ ਚੱਲਦਾ ਪਿਆ ਇਹ ਸਹੀ ਹੈ ਜਾਂ ਇਹ ਸਹੀ ਨਹੀਂ ਹੈਗਾ ਇਸ ਵਕਤ ਮਾਰਕੀਟ ਨੇ ਵੀ ਸਰਵਾਈਵ ਕਰਨਾ ਕਿਸੇ ਤਰੀਕੇ ਦੇ ਨਾਲ ਸੋ ਤੁਹਾਨੂੰ ਕੀ ਲੱਗ ਰਿਹਾ ਕਿ ਸਹੀ ਚੱਲ ਰਿਹਾ ਜਿਸ ਤਰੀਕੇ ਨਾਲ ਚੱਲ ਰਿਹਾ ਜਾਂ ਇਦਾਂ ਨਹੀਂ ਹੋਣਾ ਚਾਹੀਦਾ ਹੈਗਾ ਫੀਅਰ ਫੈਕਟਰ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਹੈ ਕਿ ਲਾਸਟ ਈਅਰ ਜ਼ਿਆਦਾ ਫੀਅਰ ਫੈਕਟਰ ਜਾਂ ਅਨਸਰਟਨਿਟੀ ਚ ਸੀ ਮਾਰਕੀਟ 'ਚ ਹੁਣੇ ਥੋੜਾ ਜਿਹਾ ਸਭ ਦੇ ਕੌਨਫੀਡੈਂਸ ਲੈਵਲ ਥੋੜਾ ਜਿਹਾ ਐਡਜਸਟ ਹੋ ਗਏ ਨੇ ਸਭ ਨੂੰ ਪਤਾ ਚੱਲ ਗਿਆ ਹੁਣ ਇੰਟਰਸਟ ਇੱਥੇ ਰਹਿਣਾ ਹੈਗਾ ਜਾਂ ਹੁਣ ਮੂਵ ਆਊਟ ਜ਼ਿਆਦਾ ਦੀ ਵਧਣਾ ਹੈਗਾ ਤੇ ਉਹਦੇ ਵਿੱਚ ਮੈਨੂੰ ਲੱਗਦਾ ਤਰਨ ਜੀ ਕਿ ਵੀ ਥੋੜਾ ਜਿਹਾ ਕੌਨਫੀਡੈਂਸ ਵਾਪਸ ਆ ਗਿਆ ਮਾਰਕੀਟ 'ਚ ਬਾਇਰਸ ਦਾ ਵੀ ਆ ਗਿਆ ਨੇ ਤੇ ਸੈਲਰਸ ਵੀ ਐਡਜਸਟ ਹੋ ਗਏ ਨੇ ਇਹ ਵਾਲੀ ਮਾਰਕੀਟ 'ਚ ਇਹ ਪੋਜ਼ਿਟਿਵਿਟੀ ਦਿਖਣ ਨੂੰ ਮਿਲਦੀ ਪਈ ਹੈ ਕਿਉਂਕਿ ਜਦ ਇਹ ਬੈਲੈਂਸ ਆ ਜਾਂਦਾ ਹੈ ਤੇ ਤੁਹਾਡੀ ਜਿਹੜੀ ਮੂਵਮੈਂਟ ਹੈ ਮਾਰਕੀਟ ਦੀ ਠੀਕ ਤਰੀਕੇ ਨਾਲ ਚੱਲਦੀ ਹੈਗੀ ਆ ਜੀ ਤੇ ਜਿਹੜਾ ਫਰਸਟ ਟਾਈਮ ਬਾਇਰਸ ਹੈ ਉਹਨਾਂ ਨੂੰ ਵੀ ਇਹਦੀ ਐਡਵਾਂਟੇਜ ਮਿਲਦੀ ਹੈ ਕਿਉਂਕਿ ਲਾਸਟ ਈਅਰ ਅਗਰ ਤੁਸੀਂ ਦੇਖੋ ਤੇ ਕਾਫੀ ਮਲਟੀਪਲ 'ਚ ਜਿਹੜੇ ਕੁਆਲੀਫਾਈਡ ਬਾਇਰਸ ਵੀ ਸੀ ਉਹ ਵੀ ਬਾਈ ਨਹੀਂ ਕਰ ਪਾ ਰਹੇ ਸੀ ਉਹਨਾਂ ਦੇ ਹੱਥਾਂ 'ਚ ਪ੍ਰੀ ਅਪਰੂਵਲ ਸੀ ਤਦ ਵੀ ਉਹ ਜਦ ਮਾਰਕੀਟ 'ਚ ਲੈਣ ਜਾਂਦੇ ਸੀ ਤਦ ਉਹਨਾਂ ਨੂੰ ਵੀ 25-30 ਆਫਰਾਂ ਦਾ ਦੇਖਣਾ ਪੈਂਦਾ ਸੀ 100,000 ਤੋਂ ਉੱਤੇ ਦੇਣਾ ਪੈਂਦਾ ਸੀ ਹੁਣ ਇਹ ਹੈਗਾ ਕਿ ਵੀ ਥੋੜੇ ਜਿਹੇ ਅਵੇਲੇਬਿਲਿਟੀ ਇਨਵੈਂਟਰੀ ਕਿ ਉਹਨਾਂ ਨੂੰ ਲੱਗਦਾ ਪਿਆ ਕਿ ਵੀ ਹਾਂ ਠੀਕ ਹੈ ਅਸੀਂ ਕੌਨਫੀਡੈਂਟਲੀ ਬਾਈ ਕਰ ਸਕਦੇ ਹਾਂ ਮਾਰਕੀਟ ਇਨਵੈਂਟਰੀ ਲੱਗਦਾ ਹੈ ਕਿ ਕੋਈ ਪ੍ਰੋਜੈਕਟਸ ਵਗੈਰਾ ਵੀ ਕੋਈ ਆ ਰਹੇ ਆ ਜਿਹੜੇ ਇਸ ਵਕਤ ਸੋਚ ਰਹੇ ਆ ਜਿਵੇਂ ਹੁਣ ਇੰਟਰਸਟ ਰੇਟ ਵੀ ਇਸ ਵਕਤ ਪੌਜ਼ ਤੇ ਪਾ ਦਿੱਤੇ ਗਏ ਨੇ ਕੁਝ ਕੋਈ ਇਨਵੈਂਟਰੀ ਨੂੰ ਵਧਾਉਣ ਲਈ ਜਾਂ ਕੋਈ ਨਵੇਂ ਪ੍ਰੋਜੈਕਟਸ ਆ ਰਹੇ ਹੋਣ ਇਹ ਤਰਨ ਜੀ ਮੈਂ ਆਪਣੇ ਦਰਸ਼ਕਾਂ ਨੂੰ ਪਹਿਲਾਂ ਵੀ ਕਈ ਵਾਰ ਇਹ ਗੱਲ ਕਰ ਚੁੱਕਿਆ ਵਾਂ ਔਰ ਮੈਂ ਦੇਖੋ ਇੱਕ ਸਭ ਤੋਂ ਵਧੀਆ ਮੈਂ ਗੱਲ ਇਹ ਕਹਿਣਾ ਹੁੰਦਾ ਜੀ ਕਿ ਜਿੱਦਾਂ ਅਸੀਂ ਇਸ ਬਿਜ਼ਨਸ ਦੇ ਵਿੱਚ 18 ਸਾਲ ਤੋਂ ਕੰਮ ਕਰ ਰਹੇ ਹਾਂ ਮਾਰਕੀਟ ਦੀਆਂ ਕਾਫੀ ਸਾਈਕਲਸ ਅਸੀਂ ਦੇਖੀਆਂ ਨੇ ਮਾਰਕੀਟ ਦੇ ਵਿੱਚ ਨਾ ਇੱਕ ਟਾਈਮ ਹੁੰਦਾ ਜੀ ਕਿਸੇ ਵੀ ਚੀਜ਼ ਦਾ ਐਡਵਾਂਟੇਜ ਲੈਣ ਦਾ ਮਤਲਬ ਉਹਦੇ 'ਚ ਤੁਸੀਂ ਐਡਵਾਂਟੇਜ ਲੈ ਸਕਦੇ ਹੋ ਕਈ ਵਾਰ ਤੁਸੀਂ ਐਡਵਾਂਟੇਜ ਨਹੀਂ ਲੈ ਪਾਉਂਦੇ ਜਿਹੜੀ ਇਸ ਟਾਈਮ ਮਾਰਕੀਟ ਚੱਲ ਰਹੀ ਹੈ ਨਾ ਤਾਂ ਐਸ ਚੱਲ ਰਹੀ ਹੈ ਕਿ ਇਹਦੇ 'ਚ ਤੁਸੀਂ ਬਾਇੰਗ ਸਾਈਡ ਤੇ ਕੁਝ ਐਡਵਾਂਟੇਜ ਲੈ ਸਕਦੇ ਹੋ ਇਨਵੈਸਟਰ ਹੋ ਤਾਂ ਵੀ ਤੁਸੀਂ ਐਡਵਾਂਟੇਜ ਲੈ ਸਕਦੇ ਹੋ ਇਸ ਤੇ ਔਰ ਇਹ ਜਿਹੜਾ ਐਡਵਾਂਟੇਜ ਆ ਇਹ ਜਿਵੇਂ ਆਪਾਂ ਗੱਲ ਕਰੀਏ ਕਿ ਬਹੁਤ ਟਾਈਮ ਨਹੀਂ ਰਹਿੰਦਾ ਜੀ ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਇੱਥੇ ਸ਼ੇਅਰ ਕਰਦਾ ਇੱਕ ਬਿਲਡਰ ਹੈ ਜੀ ਉਹਨਾਂ ਨੇ ਮਤਲਬ ਆਪਣਾ ਪ੍ਰੋਜੈਕਟ ਸੈੱਲ ਕੀਤਾ ਜੀ ਉਹਨਾਂ ਨੂੰ ਆਪਣੇ ਪ੍ਰੋਜੈਕਟ ਦੀ ਫਾਈਨਾਂਸਿੰਗ ਕਰਾਉਣ ਵਾਸਤੇ 15 ਯੂਨਿਟ ਹੋਰ ਵੇਚਣੇ ਜ਼ਰੂਰੀ ਹੈ ਜੀ ਉਹ ਜਿਹੜੇ ਉਹਨਾਂ ਨੇ 15 ਯੂਨਿਟ ਵੇਚਦੇ ਆ ਜੀ ਉਹਦੇ ਲਈ ਹਰ ਚੀਜ਼ ਕਰਨ ਨੂੰ ਤਿਆਰ ਨੇ ਅੱਜ ਪਰ ਜਦੋਂ ਉਹ 15 ਵੇਚੇ ਉਸ ਤੋਂ ਬਾਅਦ ਉਹਨਾਂ ਨੇ ਤਿਆਰ ਨਹੀਂ ਹੋਣਾ ਜੀ ਹਾਂਜੀ ਉਹ ਹੁਣ ਜਿਵੇਂ ਕਹ ਲਓ ਕਿ ਉਹ ਜਿਹੜੇ 15 ਯੂਨਿਟ ਉਹਨਾਂ ਨੇ ਵੇਚਣੇ ਜਿਹੜਾ ਬੰਦਾ ਉਹਨਾਂ ਦਾ ਐਡਵਾਂਟੇਜ ਲੈ ਜਾਊਗਾ ਉਹ ਲੈ ਜਾਏਗਾ ਜੀ ਜਿਹੜਾ ਬੰਦਾ ਨਹੀਂ ਲੈਣਾ ਚਾਹੇਗਾ ਉਹ ਨਹੀਂ ਲਏਗਾ ਅੱਜ ਦੀ ਡੇਟ ਦੇ ਵਿੱਚ ਮਾਰਕੀਟ ਦੇ ਵਿੱਚ ਕਈ ਇਹੋ ਜਿਹੇ ਪ੍ਰੋਜੈਕਟ ਨੇ ਜਿੱਥੇ ਮੈਂ ਬਾਰ-ਬਾਰ ਇਹ ਗੱਲ ਕਰ ਰਿਹਾ ਕਿ ਬਾਇਰ ਬੜਾ ਵਧੀਆ ਐਡਵਾਂਟੇਜ ਉਹਨਾਂ ਦਾ ਲੈ ਸਕਦੇ ਆ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਡੇ ਨਾਲ ਬਾਏ ਕਰੋ ਇਹ ਜੀ ਵੀ ਕਦੇ ਕੋਈ ਗੱਲ ਨਹੀਂ ਕਰਦੇਗੇ ਤੁਹਾਡਾ ਕੋਈ ਵੀ ਰੀਅਲਟਰ ਆ ਮਾਰਕੀਟ ਦੇ ਵਿੱਚ ਕਈ ਇਹੋ ਜਿਹੀਆਂ ਚੰਗੀਆਂ ਆਪਸ਼ਨਸ ਨੇ ਉਹਨਾਂ ਦੀ ਸਲਾਹ ਲੈ ਕੇ ਉੱਥੇ ਤੁਸੀਂ ਐਡਵਾਂਟੇਜ ਲਓ ਜੇ ਤੁਸੀਂ ਮਾਰਕੀਟ 'ਚ ਇਨਵੈਸਟ ਕਰਨਾ ਚਾਹੁੰਦੇ ਹੋ ਜਾਂ ਐਂਡ ਯੂਜ਼ਰ ਹੋ ਅੱਜ ਮੈਂ ਇੱਥੇ ਦੋ ਪ੍ਰੋਜੈਕਟ ਬਾਰੇ ਗੱਲ ਕਰਨੀ ਚਾਹਾਂਗਾ ਬਰੈਂਪਟਨ ਦੇ ਵਿੱਚ ਤਰਨ ਜੀ ਜਿੱਦਾਂ ਮੈਂ ਗੱਲ ਕੀਤੀ ਹੈ ਕਿ 8.5 ਲੱਖ ਤੋਂ ਥੱਲੇ ਟਾਊਨ ਹਾਊਸ ਨਹੀਂ ਮਿਲਦਾ ਜੀ ਨਹੀਂ ਮਿਲਦਾ ਜੀ ਕੈਂਬਰਿਜ ਜਿਹੜਾ ਕਿ ਬਿਲਕੁਲ ਆਪਣੇ ਨਾਲ ਲੱਗਦਾ ਵੈਸਟ ਤੇ ਬਰੈਂਪਟਨ ਦੇ ਨਾਲ ਜੀ ਮਤਲਬ ਮਿਲਟਨ ਦੇ ਵੀ ਜਿਵੇਂ ਕਹ ਲਓ ਕਿ ਬਿਲਕੁਲ ਨਾਲ ਚਲੇ ਜਾਂਦਾ ਕੈਂਬਰਿਜ ਦੇ ਵਿੱਚ ਇਸ ਟਾਈਮ ਇਹ ਜਿਹੜਾ ਬਿਲਡਰ ਆ ਜੀ ਇਹ ਅੱਜ ਤੋਂ 1 ਸਾਲ ਪਹਿਲਾਂ ਜੀ ਇਹ ਮਤਲਬ ਉੱਥੇ ਕਿਸੇ ਨੂੰ ਅੰਦਰ ਨਹੀਂ ਸੀ ਵੜਨ ਦਿੰਦੇ ਜੀ ਮਤਲਬ ਅੰਦਰ ਨਹੀਂ ਸੀ ਵੜਨ ਦਿੰਦੇ ਜਿਹਨੂੰ ਪੰਜਾਬੀ 'ਚ ਆਪਾਂ ਸਹੀ ਤਰੀਕੇ ਨਾਲ ਗੱਲ ਕਹਿ ਦਈਏ ਜੀ ਅੱਜ ਉਹੀ ਬਿਲਡਰ ਜੀ ਪ੍ਰਾਈਸ ਐਡਜਸਟ ਕਰਕੇ 9.5 ਲੱਖ ਦਾ ਡਿਟੈਚ ਘਰ ਵੇਚ ਰਿਹਾ ਜੀ ਡਿਟੈਚ ਹਾਊਸ 9.5 ਲੱਖ 9.5 ਲੱਖ ਦਾ ਜੀ ਔਰ ਇਹ ਜਿਹੜਾ ਡਿਟੈਚ ਘਰ ਆ ਜੀ ਮਤਲਬ ਇੱਥੇ ਕਈ ਬੰਦਿਆਂ ਦੀ ਇਹ ਹੁੰਦਾ ਕਿ ਵੀ ਅਸੀਂ ਟਾਊਨ ਹਾਊਸ ਨਹੀਂ ਲੈਣਾ ਜੇ ਤਾਂ ਚਲੋ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਲੈਣੇ ਹੋ ਠੀਕ ਆ ਅਦਰਵਾਈਜ਼ 40 ਮਿੰਟ ਦੀ ਡਰਾਈਵ ਆ ਜਿਵੇਂ ਜਿਵੇਂ GTA ਦੀ ਮਾਰਕੀਟ ਚੇਂਜ ਹੋ ਰਹੀ ਆ ਤੁਹਾਡੇ ਲਈ ਇਹੋ ਜਿਹੀਆਂ ਜਿਹੜੀਆਂ ਆਪਸ਼ਨਸ ਨੇ ਤੁਹਾਨੂੰ ਬਾਰ-ਬਾਰ ਨਹੀਂ ਮਿਲਣੀਆਂ ਉਹ 9.5 ਲੱਖ ਦਾ ਡਿਟੈਚ ਘਰ ਹੈ ਜੀ ਪਲੱਸ ਤਰਨ ਜੀ ਉਹ ਡਿਪੋਜ਼ਿਟ ਸਟਰਕਚਰ ਤੁਹਾਡੇ ਮੁਤਾਬਕ ਫਲੈਕਸੀਬਲ ਕਰਨ ਨੂੰ ਤਿਆਰ ਨੇ ਫਿਰ ਦੂਜੀ ਗੱਲ ਇਹ ਹੈ ਕਿ ਕਲੋਜ਼ਿੰਗਸ ਵੀ ਕੋਈ ਬਹੁਤ ਲੰਬੀਆਂ ਨਹੀਂ ਹੈ ਕਿ ਤੁਹਾਨੂੰ ਇਹ ਨਹੀਂ ਪਤਾ ਕਿ ਪ੍ਰੋਜੈਕਟ ਕੰਪਲੀਟ ਹੋਏਗਾ ਜਾਂ ਨਹੀਂ ਹੋਏਗਾ ਬੜੇ ਰਿਨਾਊਂਡ ਬਿਲਡਰ ਨੇ ਇਹ ਹੋਰ ਮਿਸਿਸਾਗਾ ਵਾਂਗੂ ਧਰਨੇ ਲਾਉਣੇ ਪੈ ਜਾਣ ਹਾਂ ਇਹੋ ਜਿਹਾ ਕੁਝ ਨਹੀਂ ਹੈ ਜੀ ਇਦਾਂ ਦਾ ਕੁਝ ਨਹੀਂ ਹੈ ਔਰ ਦੂਜੀ ਗੱਲ ਇਹ ਹੈ ਕਿ ਉਹਦੇ ਨਾਲ ਨਾਲ ਮਤਲਬ ਕਲੋਜ਼ਿੰਗ ਹੈ ਜਿਹੜੀ ਇਹਦੀ ਅਗਲੇ ਸਾਲ ਦੀ ਕਲੋਜ਼ਿੰਗ ਹੈ ਜੀ ਮਤਲਬ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਇਹੋ ਜਿਹੀਆਂ ਆਪਸ਼ਨਾਂ ਨੇ ਮਤਲਬ ਮਾਰਕੀਟ ਦੇ ਵਿੱਚ ਉਹਨਾਂ ਦਾ ਫਾਇਦਾ ਲਓ ਜੇ ਤੁਸੀਂ ਮਤਲਬ ਮਾਰਕੀਟ 'ਚ ਲੈ ਸਕਦੇ ਹੋ ਕਿਉਂਕਿ ਜਿੱਦਣ ਮਾਰਕੀਟ ਥੋੜੀ ਜਿਹੀ ਬੈਟਰ ਹੋਊਗੀ ਜਿਹੜਾ ਇਹ 9.5 ਲੱਖ ਦਾ ਨਾਲ ਹੀ ਉਹਨਾਂ ਨੇ ਇਹਨੂੰ ਮਿਲੀਅਨ ਦਾ ਕਰ ਦੇਣਾ ਜੀ ਮਿਲੀਅਨ ਵਾਲੇ ਨੂੰ 1.1 ਦਾ ਕਰ ਦੇਣਾ ਉਹਨਾਂ ਨੇ ਨਾ ਤਾਂ ਕਿਸੇ ਗਵਰਨਮੈਂਟ ਤੋਂ ਅਪਰੂਵਲ ਲੈਣ ਜਾਣੀ ਹੈ ਜੀ ਨਾ ਉਹਨਾਂ ਨੇ ਤੁਹਾਡੇ ਤੋਂ ਅਪਰੂਵਲ ਲੈਣੀ ਆ ਉਹਨਾਂ ਨੇ ਤਾਂ ਸਵੇਰੇ ਦਰਵਾਜ਼ਾ ਖੋਲਣਾ ਉਹਨਾਂ ਨੇ ਕਹਿਣਾ ਜੀ ਅੱਜ ਇਹਦਾ ਰੇਟ 9.5 ਨਹੀਂ ਜੀ ਅੱਜ ਇਹਦਾ ਮਿਲੀਅਨ 50 ਹੋ ਗਿਆ ਮਤਲਬ ਦੈਟਸ ਹਾਊ ਇਟ ਇਜ਼ ਮਤਲਬ ਸਵੇਰੇ ਵੀ ਦਰਵਾਜ਼ਾ ਖੋਲਣਾ ਮੈਨੂੰ ਇਹ ਟਾਈਮ ਯਾਦ ਆ ਤਰਨ ਜੀ 2008 ਦਾ ਟਾਈਮ ਵੀ ਮੈਨੂੰ ਯਾਦ ਆ ਜੀ ਔਰ ਉਦੋਂ ਪਹਿਲਾਂ ਵੀ ਮੈਨੂੰ ਯਾਦ ਆ ਜੀ ਮੈਂ ਕਿੱਥੇ ਬਿਲਡਰ ਦਾ ਨਾਂ ਨਹੀਂ ਲੈਂਦਾਗਾ ਜੀ ਆਪਣੇ ਮਿਸਾਗਾ ਰੋਡ ਤੇ ਬਿਲਡਰ ਦੇ ਆਫਿਸ 'ਚ ਸੀ
ਤਰਨ ਜੀ ਮੇਰੇ ਹੱਥ 'ਚ ਪ੍ਰਾਈਸ ਸ਼ੀਟ ਸੀ ਔਰ ਕਲਾਇੰਟ ਮੇਰੇ ਨਾਲ ਸੀਗਾ ਜੀ। ਮਤਲਬ ਉਹਨੇ ਜੀ ਮੇਰੇ ਹੱਥੋਂ ਪ੍ਰਾਈਸ ਲਿਸਟ ਫੜ ਲਈ, ਕਹਿੰਦਾ ਜੀ ਇਹ ਪ੍ਰਵੀਨ ਜੀ ਹੁਣੇ ਪ੍ਰਾਈਸ ਆ ਨਹੀਂ ਰਿਹਾ, ਦਾ ਪ੍ਰਾਈਸ ਚੇਂਜ ਹੋ ਗਿਆ ਜੀ। ਓਕੇ, ਇਹ ਟਾਈਮ ਵੀ ਸੀਗਾ ਜੀ। ਤੇ ਉਹੀ ਬਿਲਡਰ ਆ ਜਿਹੜੇ ਹੁਣ ਅੱਜ ਸਾਨੂੰ ਇਹ ਗੱਲ ਵੀ ਕਹਿੰਦੇ ਨੇ ਜੀ ਕਿ ਜੇ ਤੁਸੀਂ ਕਹੋ ਤਾਂ ਅਸੀਂ ਆ ਜਾਂਦੇ ਆ, ਕਲਾਇੰਟ ਦੇ ਘਰੇ ਵੀ ਆ ਜਾਂਦੇ ਆਪਾਂ, ਇਨਸੈਂਟਿਵਸ ਵੀ ਦੇਣ ਤਿਆਰ ਆ। ਮਤਲਬ ਇਹ ਚੀਜ਼ ਆ ਜੀ। ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਟਾਈਮ ਟੂ ਟਾਈਮ ਹੁੰਦੀਆਂ ਨੇ। ਜੇ ਤੁਸੀਂ ਵਾਕਈ ਹੀ ਇਨਵੈਸਟ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਆਪਣੀਆਂ ਸੇਵਿੰਗਸ ਨੇ, ਤੁਸੀਂ ਰੀਅਲ ਇਨਵੈਸਟਰ ਹੋ ਜਾਂ ਤੁਸੀਂ ਐਂਡ ਯੂਜ਼ਰ ਹੋ, ਤਾਂ ਮਾਰਕੀਟ ਦੇ ਵਿੱਚ ਇਹਨਾਂ ਅਪਰਚੂਨਿਟੀ ਦਾ ਫਾਇਦਾ ਲਓ। ਇੱਕ ਦੂਜੀ ਜਿਹੜੀ ਚੀਜ਼ ਆ, ਮੈਂ ਇੱਕ ਹੋਰ ਪ੍ਰੋਜੈਕਟ ਬਾਰੇ ਗੱਲ ਕਰਨਾ ਚਾਹਾਂਗਾ ਆਪਣੇ ਤਰਨ ਜੀ। ਕਿਚਨਰ ਦੇ ਵਿੱਚ, ਕਿਚਨਰ ਜਿਹੜਾ ਗੂਗਲ ਦਾ ਆਫਿਸ ਆ ਜੀ, ਉੱਥੇ ਉਹਦੇ ਸਾਹਮਣੇ ਇਹ ਜਿਹੜਾ ਪ੍ਰੋਜੈਕਟ ਹੈ ਜੀ, ਇਹ ਦੋ ਪ੍ਰੋਜੈਕਟ ਦੀ ਮੈਂ ਇਸ ਕਰਕੇ ਖਾਸ ਕਰਕੇ ਗੱਲ ਕਰਨਾ ਕਿ ਜਿਹੜੇ ਸਾਨੂੰ ਲੱਗ ਰਿਹਾ ਕਿ ਮਾਰਕੀਟ 'ਚ ਕਾਫੀ ਬੈਨੀਫੀਸ਼ੀਅਲ ਨੇ ਲੋਕਾਂ ਵਾਸਤੇ। ਹੁਣ ਬਹੁਤ ਜਿਹੜੀਆਂ ਆਪਣੀਆਂ ਫੈਮਿਲੀਜ਼ ਨੇ ਜੀ, ਉਹਨਾਂ ਦੇ ਬੱਚੇ ਵਾਟਰਲੂ ਯੂਨੀਵਰਸਿਟੀ 'ਚ ਪੜ੍ਹ ਰਹੇ ਆ ਔਰ ਜਿਹੜੀ ਉੱਥੇ ਟੈਕਨੋਲੋਜੀ ਸਾਈਡ ਤੇ ਨੇ, ਉਹ ਬਹੁਤ ਹੀ ਉਸ ਏਰੀਆ ਦੇ ਵਿੱਚ ਕੰਮ ਕਰਦੇ ਨੇ। ਉਹਨਾਂ ਦੇ ਲਈ ਅੱਜ ਤੁਹਾਨੂੰ ਹਾਈ 400 ਦੀ ਰੇਂਜ ਦੇ ਵਿੱਚ ਜੀ, ਉੱਥੇ 5 ਲੱਖ ਦੀ ਰੇਂਜ ਦੇ ਵਿੱਚ ਤੁਹਾਨੂੰ ਯੂਨਿਟ ਮਿਲ ਰਿਹਾ ਜੀ। ਔਰ ਉਹਦੇ ਚ ਬਹੁਤ ਇਨਸੈਂਟਿਵ ਵੀ ਨਾਲ ਦੇ ਰਹੇ ਨੇ, ਡਿਪੋਜ਼ਿਟ ਸਟਰਕਚਰ ਫਲੈਕਸੀਬਲ ਆ, ਕਲੋਜ਼ਿੰਗ ਲੰਬਾ ਟਾਈਮ ਆ, ਸਾਰੀਆਂ ਚੀਜ਼ਾਂ ਤੁਹਾਨੂੰ ਉਹ ਦੇ ਰਹੇ ਨੇ। ਇਹੋ ਜਿਹੀਆਂ ਅਪਰਚੂਨਿਟੀ ਦਾ ਅੱਜ ਤੁਸੀਂ ਫਾਇਦਾ ਲਓ। ਸੋਚੋ ਕਿ ਜੇ ਤੁਹਾਡੇ ਬੱਚੇ ਨੇ 2 ਸਾਲ ਉੱਥੇ ਕੰਮ ਕਰਨ ਲੱਗਣਾ, ਜੇ ਤੁਸੀਂ ਉਹਨਾਂ ਦੀ ਥੋੜੀ ਬਹੁਤ ਹੈਲਪ ਕਰ ਸਕਦੇ ਹੋ, ਉਹਨਾਂ ਦੇ ਲਈ ਡਿਪੋਜ਼ਿਟ ਦੇ ਕੇ ਉਹਨਾਂ ਦੇ ਨਾਂ ਤੇ ਯੂਨਿਟ ਬੁੱਕ ਕਰ ਸਕਦੇ ਹੋ, ਤਾਂ ਇਹਨਾਂ ਚੀਜ਼ਾਂ ਦਾ ਅੱਜ ਦੀ ਮਾਰਕੀਟ ਦੇ ਵਿੱਚ ਫਾਇਦਾ ਲਓ। ਬਿਲਕੁਲ। ਸਮਾਂ ਹੁਣ ਆਪਣਾ ਇਜਾਜ਼ਤ ਲੈਣ ਨੂੰ ਅੱਗੇ ਵਧ ਰਿਹਾ ਵਾ। ਅਖੀਰ ਚ ਕਲੋਜ਼ਿੰਗ ਨੋਟਸ ਤੁਹਾਡੇ ਤੋਂ ਚਾਹਾਂਗੀ, ਰੁਚੀ ਜੀ ਕੀ ਕਹਿਣਾ ਚਾਹੋਗੇ? ਮੈਂ ਤੇ ਕਹਾਂਗੀ ਡੈਫੀਨਿਟਲੀ ਇਹ ਵਾਲਾ ਸਭ ਤੋਂ ਵਧੀਆ ਟਾਈਮ ਹੈ ਬਾਇਰਸ ਲਈ ਆਪਣੀ ਮਨਪਸੰਦ ਦਾ ਘਰ ਲੈਣ ਦਾ ਤੇ ਇਨਵੈਸਟਰਸ ਲਈ ਇਨਵੈਸਟ ਕਰਨ ਦਾ। ਤੇ ਇਹ ਓਪਰਚ्युनिटी ਨੂੰ ਸਾਰੇ ਜੇ ਨੇ ਗਵਾਓ ਨਹੀਂ। ਅਗਰ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਡਾਊਟ ਹੈਗੇ ਨੇ ਤੇ ਡੈਫੀਨਿਟਲੀ ਸਾਨੂੰ ਕੰਟੈਕਟ ਕਰੋ ਜੀ। ਪ੍ਰਵੀਨ ਜੀ? ਮੈਂ ਬਸ ਇਹੀ ਕਹਿਣਾ ਜੀ, ਮੈਂ ਹਮੇਸ਼ਾ ਮਾਰਕੀਟ ਇੱਕੋ ਜਿਹੀ ਨਹੀਂ ਰਹਿੰਦੀ ਜੀ। ਜੋ ਅੱਜ ਕੁਝ ਟਾਈਮ ਬਾਅਦ ਇਹ ਮਾਰਕੀਟ ਨੇ ਫਿਰ ਚੇਂਜ ਹੋ ਜਾਣਾ ਜੀ। ਮਾਰਕੀਟ ਨੇ ਫਿਰ ਉੱਪਰ, ਜਦੋਂ ਮਾਰਕੀਟ 'ਚ ਕੌਨਫੀਡੈਂਸ ਆ ਗਿਆ, ਜਿਹੜੇ ਤੁਹਾਨੂੰ ਅੱਜ ਇਨਸੈਂਟਿਵ ਮਿਲ ਰਹੇ ਨੇ ਇਹ ਨਹੀਂ ਮਿਲਨੇ। ਔਰ ਅਸੀਂ ਇਹ ਵੀ ਨਹੀਂ ਗੱਲ ਕਹਿੰਦੇ ਗਏ ਕਿ ਜੇ ਤੁਹਾਡੀ ਕੈਪੇਬਿਲਿਟੀ ਨਹੀਂ ਹੈਗੀ, ਇਹ ਸੋਚ ਕੇ, ਮਤਲਬ ਮੈਂ ਤਰਨ ਜੀ ਕਦੇ ਵੀ ਇਸ ਗੱਲ ਦੀ ਫੇਵਰ 'ਚ ਨਹੀਂ ਹੋਇਆ ਕਿ ਲੋਨ ਲੈ ਕੇ ਡਿਪੋਜ਼ਿਟ ਦਿਓ ਜਾਂ ਲੋਨ ਲੈ ਕੇ ਤੁਸੀਂ ਡਾਊਨ ਪੇਮੈਂਟ ਦਿਓ। ਤੁਹਾਡੇ ਕੋਲ ਡਿਪੋਜ਼ਿਟ ਡਾਊਨ ਪੇਮੈਂਟ ਆਪਦੀ ਸੇਵਿੰਗ ਹੋਣੀ ਚਾਹੀਦੀ ਹੈ ਜੇ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ। ਠੀਕ ਹੈ, ਜੇ ਤੁਸੀਂ ਐਂਡ ਯੂਜ਼ਰ ਹੋ ਤਾਂ ਚਲੋ, ਜੇ ਤੁਹਾਨੂੰ ਥੋੜੇ ਬਹੁਤ ਪੈਸੇ ਚਾਹੀਦੇ ਆ, ਤੁਸੀਂ ਆਪਣੇ ਕਿਸੇ ਰਿਲੇਟਿਵ ਜਾਂ ਫਰੈਂਡ ਤੋਂ ਸ਼ਾਰਟ ਟਾਈਮ ਵਾਸਤੇ ਲੈ ਸਕਦੇ ਹੋ। ਜੇ ਤੁਸੀਂ ਇਨਵੈਸਟਰ ਹੋ ਤਾਂ ਬਿਲਕੁਲ ਇਹ ਦਿਮਾਗ 'ਚ ਗੱਲ ਰੱਖੋ ਕਿ ਆਪਣੀਆਂ ਸੇਵਿੰਗਸ ਤੋਂ ਬਿਨਾਂ ਕਦੇ ਵੀ ਘਰ ਨਾ ਲਓ ਜੇ ਤੁਹਾਡੇ ਕੋਲ ਆਪਦੀਆਂ ਸੇਵਿੰਗਸ ਨਹੀਂ ਹੈਗੀਆਂ। ਤੁਹਾਨੂੰ ਜਿਹੜਾ ਮਰਜ਼ੀ ਬੰਦਾ ਜੋ ਮਰਜ਼ੀ ਕਹੀ ਚੱਲੇ, ਭਾਵੇਂ ਮਤਲਬ ਮੇਰੇ ਭੈਣ ਭਰਾ ਰਿਐਲਟਰ ਵੀ ਤੁਹਾਨੂੰ ਭਾਵੇਂ ਜੋ ਮਰਜ਼ੀ ਗੱਲਾਂ ਕਹੀ ਜਾਣ, ਮਤਲਬ ਵੈਰੀ ਓਨੈਸਟਲੀ ਮੈਂ ਇਹ ਗੱਲ ਕਹਿਣਾ ਜੀ। ਮਤਲਬ ਉਦੋਂ ਇਨਵੈਸਟਮੈਂਟ ਕਰੋ ਜਦੋਂ ਤੁਹਾਡੇ ਕੋਲ ਆਪਦੀਆਂ ਸੇਵਿੰਗਸ ਨੇ। ਜੇ ਤੁਹਾਡੇ ਕੋਲ ਅੱਜ ਆਪਦੀਆਂ ਸੇਵਿੰਗਸ ਹੈਗੀਆਂ ਨੇ, ਤੁਸੀਂ ਮਾਰਕੀਟ 'ਚ ਇਨਵੈਸਟ ਕਰਨਾ ਚਾਹੁੰਦੇ ਹੋ, ਮਾਰਕੀਟ ਦੇ ਵਿੱਚ ਬਹੁਤ ਵਧੀਆ ਅਪਰਚੂਨਿਟੀਜ਼ ਅਵੇਲੇਬਲ ਨੇ, ਉਹਨਾਂ ਦਾ ਫਾਇਦਾ ਉਠਾਓ ਜੀ। ਬਿਲਕੁਲ। ਕਦੋਂ, ਕਿਵੇਂ, ਕਿੱਥੇ ਕੰਟੈਕਟ ਕਰੀਏ? ਸਾਡਾ ਨੰਬਰ ਹੈਗਾ ਤਰਨ ਜੀ 416 910 9923। ਆਫਿਸ ਸਾਡਾ ਡੈਰੀ ਐਂਡ ਮੈਕਲੋਗਲਨ ਦੀ ਕੋਰਟ ਮੈਰੀ ਰੋਡ ਦੇ ਬਿਲਕੁਲ ਨਾਲ ਆ, ਮਿਸੀਸਾਗਾ ਦੇ ਵਿੱਚ। ਔਰ ਮੈਂ ਇੱਕ ਗੱਲ ਹੋਰ ਕਹਿਣਾ ਹੁੰਦਾ ਜੀ, ਹਮੇਸ਼ਾ ਤੁਸੀਂ ਸਾਨੂੰ ਕਾਲ ਕਰੋ, ਸਾਡੇ ਤੋਂ ਇਨਫੋਰਮੇਸ਼ਨ ਲਓ, ਸਾਡੇ ਨਾਲ ਗੱਲ ਕਰੋ। ਤੁਹਾਡਾ ਕੰਮ ਕਰਨਾ ਨਾ ਕੰਮ ਕਰਨਾ ਸਾਡੇ ਨਾਲ ਕੋਈ ਆਬਲੀਗੇਸ਼ਨ ਨਹੀਂ ਹੈ ਜੀ। ਬਹੁਤ ਬਹੁਤ ਸ਼ੁਕਰੀਆ ਸਾਡੇ ਪ੍ਰੋਗਰਾਮ 'ਚ ਆਉਣ ਲਈ। ਥੈਂਕ ਯੂ ਜੀ। ਸੋ ਦੋਸਤੋ, ਅਸੀਂ ਸਾਡਾ ਪ੍ਰੋਗਰਾਮ ਓਪਨ ਹਾਊਸ ਵਿਦ ਟੀਮ ਅਰੋੜਾ। ਉਮੀਦ ਕਰਦੇ ਹਾਂ ਕਿ ਰੀਅਲ ਸਟੇਟ ਦੇ ਖੇਤਰ ਵਿੱਚ ਜਿੰਨੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ, ਇਸ ਪ੍ਰੋਗਰਾਮ ਦੇ ਲਈ ਅਸੀਂ ਤੁਹਾਨੂੰ ਮੁਹੱਈਆ ਕਰਵਾਉਂਦੇ ਹਾਂ। ਤੁਹਾਡਾ ਕੋਈ ਵੀ ਸਵਾਲ ਹੁੰਦਾ ਨੀਚੇ ਕਮੈਂਟ ਵੀ ਕਰ ਸਕਦੇ ਹੋ, ਸਾਨੂੰ ਕਾਲ ਵੀ ਕਰ ਸਕਦੇ ਹੋ, ਜਾਂ ਇਸ ਤੋਂ ਬਾਅਦ ਟੀਮ ਅਰੋੜਾ ਨੂੰ ਕਾਲ ਵੀ ਕਰ ਸਕਦੇ ਹੋ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ੍ਰੀ ਅਕਾਲ।